ਉਹ ਵੀ ਕਹਿੰਦੇ ਸੀ ਵੀ ਕਿਸੇ ਦਾ ਟਾਈਮ ਸਟਰੋਂਗ ਸੀ ਅਕਾਲੀ ਦਲ, ਕਹਿੰਦੇ ਪਰ ਸੁਖਬੀਰ ਬਾਦਲ ਨੇ ਭੱਠਾ ਬਿਠਾਤਾ। ਆ ਸਾਡਾ ਮੌਜੂਦਾ ਮੈਂਬਰ ਪਾਰਲੀਮੈਂਟ ਨੇ, ਗਰੰਟੀ ਕਰਦਾ ਇਹਨੂੰ ਸੀਐਮ ਦਾ ਚਿਹਰਾ ਅਨਾਉਂਸ ਨਾ ਕਰੋ, ਭੱਜੂਗਾ। ਮੈਂ ਵਰਿੰਦਰ ਢਿੱਲੋਂ ਨਾਲ ਵੀ ਗੱਲ ਕਰ ਰਿਹਾ ਸੀਗਾ ਕੱਲ੍ਹ, ਤੇ ਉਹਨਾਂ ਨੇ ਇਹ ਕਿਹਾ, ਕਹਿੰਦੇ ਵੀ ਜਿਹੜੀ ਹੈਗੀ ਆ, ਅਸੀਂ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ 4.5 ਸਾਲ ਬਾਅਦ ਉਹਨਾਂ ਨੇ ਕੰਮ ਨਹੀਂ ਕੀਤਾ, ਅਸੀਂ ਲਾਹ ਤਿਆ। ਤੇ ਕਹਿੰਦੇ ਅਕਾਲੀ ਦਲ ਦੇ ਜਿਹੜੇ ਨਾਲ ਦੇ ਉਮੀਦਵਾਰ ਆ, ਜਿਹੜੇ ਸੁਖਬੀਰ ਬਾਦਲ ਜੀ ਨੂੰ ਕਹਿੰਦੇ ਵੀ ਵਾਹ ਜੀ ਵਾਹ, ਉਹ ਤਾਂ ਬਹੁਤ ਹੀ ਕਮਾਲ ਹੈ ਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਉਣ ਦੇ ਲਈ ਸਮਰੱਥਾ ਰੱਖਦੇ ਹੋ ਜੀ। ਜਦੋਂ ਉਹ ਲਾਵਾਂ ਲੈਂਦੇ ਆ ਉਦੋਂ ਬਾਅਦ ਤਲਾਕ ਦਿੰਦੇ, ਉਹ ਵੀ ਤਾਂ ਬੇਅਦਬੀ ਹੈ। ਗੁਰੂ ਸਾਹਿਬ ਦੀ ਸਹੁੰ ਖਾ ਕੇ ਆਪਦੀ ਘਰ ਵਾਲੀ ਨੂੰ ਮੰਨਦੇ ਹੋ ਨਾ, ਤੇ ਫਿਰ ਉਹਨੂੰ ਜੋ ਤਲਾਕ ਦਿੰਦੇ ਉਹ ਬੇਅਦਬੀ ਨਹੀਂ? ਬਥੇਰੀ ਦੁਨੀਆ 'ਚ ਕਰਦੇ ਨੇ ਬੇਅਦਬੀ ਤਾਂ ਉਹ ਵੀ ਹੈ ਜੀ, ਜਦੋਂ ਤੁਹਾਡੇ ਹੀ ਜਿਹੜੇ ਹੈਗੇ ਆ ਪਾਰਟੀ ਦੇ ਬੰਦੇ ਗੁਰਦੁਆਰੇ ਦੇ ਵਿੱਚ ਜਾ ਕੇ ਅਰਦਾਸਾਂ ਕਰਕੇ ਪਾਰਟੀ ਬਣਾ ਲੈਂਦੇ ਆ, ਫਿਰ ਉਸੇ ਪਾਰਟੀ 'ਚ ਹੁਣ ਸ਼ਾਮਲ ਆ ਕੇ ਫਿਰ ਬੇਅਦਬੀ ਤਾਂ ਉਹ ਵੀ ਹੈ ਜੀ। ਫਿਰ ਉਹ ਕਿਉਂ ਰਲਾਏ ਗਏ? ਮੈਂ ਆਹੀ ਕਹਿਣਾ, ਬ੍ਰਹਮਪੁਰਾ ਸਾਹਿਬ ਨੇ ਵੀ ਫਿਰ ਬੇਅਦਬੀ ਕੀਤੀ, ਉਹ ਕਿਉਂ ਰਲਾਏ ਜੀ ਨਾਲ? ਚਾਹੇ ਉਹ ਕਾਲਜ ਬਣਾਏ, ਸਕੂਲ ਬਣਾਏ, ਸੜਕਾਂ ਬਣਾਈਆਂ, ਕੋਈ ਬਿਜਲੀ ਦਾ ਕੰਮ ਕੀਤਾ, ਸੇਵਾ ਕੇਂਦਰ ਖੋਲੇ, ਸੁਵਿਧਾ ਕੇਂਦਰ ਖੋਲੇ, ਗਿਣਤੀ ਹੈ। ਕਰਜ਼ਾ ਚੁੱਕ ਕੇ ਜੀ। ਭਗਵੰਤ ਮਾਨ ਦੀਆਂ ਤਾਂ ਉੱਥੇ ਸਪੀਚਾਂ ਆਪਾਂ ਦੇਖਦੇ ਹਾਂ, ਪੰਜਾਬੀ 'ਚ ਭਾਸ਼ਣ ਦਿੰਦੇ ਰਹੇ ਆ ਜੀ। ਗੱਲ ਮੇਰੀ ਸੁਣੋ ਜੀ, ਮੇਰੇ ਬੰਨੇ ਉਹਦਾ ਭਰਾਵਾ ਉਰਦੂ 'ਚ ਦੇ ਕੰਮ ਕਰਦੇ। ਸੁਖਬੀਰ ਬਾਦਲ ਹੋਰੇ, ਬੀਬਾ ਹਰਸਿਮਰਤ ਕੌਰ ਬਾਦਲ ਵੀ ਐਮਪੀ ਨੇ। ਫਿਰ ਜੇ ਤੁਸੀਂ ਕਹਿੰਦੇ ਹੋ ਖੇਤਰੀ ਪਾਰਟੀ ਹੀ ਮੁੱਦੇ ਚੱਕ ਸਕਦੀ ਸਟੇਟ ਦੇ, ਤਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਹੁਣ ਤੱਕ ਕਿਉਂ ਨਹੀਂ ਇਸ਼ੂ ਹੈ? ਕਿੰਨੇ ਵਾਰੀ ਗੱਲ ਹੋਈ ਹੈ? ਸਾਡਾ ਇੱਕ ਸਾਂਝ ਪੈ ਗਈ। ਮੰਨ ਲਓ ਮੈਂ ਕਹਤਾ ਯਾਰ ਜਗਦੀਪ ਵੀਰ ਮੈਂ ਆਹ ਕਰਕੇ ਦਊਂਗਾ, ਤੁਸੀਂ ਕਹੋਗੇ ਠੀਕ ਹੈ ਬਾਈ ਤੂੰ, ਮੈਂ ਮੰਨਦਾ। ਪਰ ਜਦੋਂ ਤੁਸੀਂ ਅਖੀਰ ਤੇ ਆ ਕੇ ਮੈਂ ਮੁੱਕਰ ਜਾ, ਤੇ ਫਿਰ ਕੀ ਕਰੋਗੇ? ਤੁਹਾਡੀ ਪਾਰਟੀ ਦੇ ਨਾਲੋਂ ਤਜਰਬੇਕਾਰ ਤਾਂ ਕਿਸਾਨ ਹੋ ਗਏ ਨਾ ਜੀ, ਜਿਹੜੇ ਪਹਿਲਾਂ ਹੀ ਸਮਝ ਗਏ ਬਈ ਇਹਦੇ 'ਚ ਦਾਲ 'ਚ ਕਾਲਾ, ਤੇ ਤੁਸੀਂ ਇੰਨੀ ਦੇਰ ਤੱਕ ਉਹਨਾਂ ਦੀਆਂ ਗੱਲਾਂ ਦੇ ਵਿੱਚ ਰਹੇ ਜੀ। ਹਾਂ, ਹੁਣ ਇਹ ਸਵਾਲ ਆਇਆ, ਇਕੱਠਾ ਕੀਤਾ, ਸਾਰੀ ਪੰਡ ਬੰਨੀ, ਕੈਪਟਨ ਅਮਰਿੰਦਰ ਸਿੰਘ ਦੇ ਮੋਢਿਆਂ ਤੇ ਰੱਖੀ, ਉਹਨਾਂ ਨੂੰ ਕਿਹਾ ਜੀ ਸਤਿ ਸ਼੍ਰੀ ਅਕਾਲ, ਤੁਸੀਂ ਜਾਓ, ਹੁਣ ਅਗਲੀ ਅਸੀਂ ਰਾਜਨੀਤੀ ਅਸੀਂ ਚਲਾਵਾਂਗੇ। ਫਿਰ ਪੰਥ ਦੀ ਗੱਲ ਕਰਦੇ ਹਾਂ, ਖਡੂਰ ਸਾਹਿਬ ਬਹੁਤ ਪੰਥਕ ਹਲਕਾ ਸੀ, ਬੀਬੀ ਖਾਲੜਾ ਪੰਥ ਤੋਂ ਵੱਡਾ ਪੰਥਕ ਹੋ ਸਕਦਾ? ਫਿਰ ਉਹ ਜ਼ਮਾਨ ਜ਼ਬਤ ਕਰਾਈ ਸੀ। ਗੁਰਮੀਤ ਰਾਮ ਰਹੀਮ ਨੂੰ ਕਿਵੇਂ ਵੇਖਦੇ ਹੋ? ਨਹੀਂ, ਉਹ ਮੇਰਾ ਤਾਂ ਕੋਈ ਇਹਦਾ ਕੰਸਰਨ ਨਹੀਂ, ਪਰ ਬਦਨਾਮੀ ਕਹਿੰਦੇ ਜਿੱਥੇ ਜਿੱਥੇ ਸਿੱਟ ਅਕਾਲੀ ਦਲ ਦੇ ਖਿਲਾਫ ਸੁਖਬੀਰ ਬਾਦਲ ਤੇ ਐਕਸ਼ਨ ਦੀ, ਸਮੇਤ ਸੈਨ ਤੇ ਐਕਸ਼ਨ ਦੀ ਗੱਲ ਆਉਂਦੀ ਰਹੀ, ਉੱਥੇ ਸਿੱਟਾਂ ਵੀ ਬਦਲਦੇ ਰਹੇ ਜੀ। ਨਹੀਂ, ਫਿਰ ਹੁਣ 5 ਸਾਲ ਹੋ ਗਏ, ਫਿਰ ਕੀ ਕਰ ਲਿਆ? ਨਸ਼ਾ ਕੱਲੀ ਸਾਡੀ ਨਹੀਂ, ਸਾਰੀ ਦੁਨੀਆ ਦੀ ਸਮੱਸਿਆ ਹੈ। ਦੁਬਈ, ਸਿੰਗਾਪੁਰ ਚਲੇ ਜਾਓ, ਜਿੱਥੇ ਮੌਤ ਦੀ ਸਜ਼ਾ ਹੈ, ਨਸ਼ਾ ਤਾਂ ਉੱਥੇ ਵੀ ਮਿਲਦਾ ਹੈ। ਵਾਅਦੇ ਨਾ ਕਿਤੇ ਜਾਣ। ਨਹੀਂ, ਮੈਂ ਉਹੀ ਕਿਹਾ, ਅਸੀਂ ਕੋਈ ਗੁਟਕਾ ਸਾਹਿਬ ਦੀ ਸਹੁੰ ਖਾ ਕੇ 4 ਮਹੀਨੇ ਵਾਲੀ ਨਹੀਂ ਗੱਲ ਕੀਤੀ। ਅਸੀਂ ਅਰਦਾਸ ਕੀਤੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ, ਪਾਰਟੀ ਦੇ ਹਰ ਵਰਕਰ ਨੇ, ਕਿ ਜਿਹੜੇ ਬੰਦਿਆਂ ਨੇ ਰਾਜਨੀਤੀ ਇਸ ਬੇਅਦਬੀ ਤੇ ਰਾਜਨੀਤੀ ਕੀਤੀ ਜਾਂ ਬੇਅਦਬੀ ਕੀਤੀ, ਉਹਦਾ ਕੱਖ ਨਾ ਰਹੇ, ਤੇ ਰਿਹਾ ਵੀ ਨਹੀਂ ਤੇ ਰਹੂਗਾ ਵੀ ਨਹੀਂ। ਉਹ ਕਹਿੰਦੇ ਗੋਲੀ ਕਿਹਨੇ ਚਲਵਾਈ ਸੀ ਜੀ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਜਗਦੀਪ ਸਿੰਘ ਥਲੀਆਂ। ਦੋਸਤੋ, ਵਿਧਾਨ ਸਭਾ ਚੋਣਾਂ ਦੇ ਲਈ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਨੇ, ਤੇ ਉਮੀਦਵਾਰ ਜਿੱਥੇ ਇੱਕ ਦੂਜੇ ਤੇ ਇਲਜ਼ਾਮਬਾਜ਼ੀਆਂ ਕਰ ਰਹੇ ਨੇ, ਉੱਥੇ ਹੀ ਨਾਲ ਹੀ ਆਪਣੇ ਹਲਕਿਆਂ ਦੇ ਵਿੱਚ ਲੋਕਾਂ ਦੇ ਵਿੱਚ ਡੋਰ ਟੂ ਡੋਰ ਵੀ ਵਿਚਰ ਰਹੇ ਨੇ। ਤੇ ਸਵੇਰ ਦਾ ਸਮਾਂ ਹੈ, ਗੱਲ ਕਰੀਏ ਹਲਕਾ ਵਿਧਾਨ ਸਭਾ ਹਲਕਾ ਸੰਗਰੂਰ ਦੀ, ਤਾਂ ਸੰਗਰੂਰ ਤੋਂ ਅਕਾਲੀ ਦਲ ਵੱਲੋਂ ਵਿਨਰਜੀਤ ਗੋਲਡੀ ਜੀ ਨੂੰ ਜਿਹੜੀ ਟਿਕਟ ਦਿੱਤੀ ਗਈ ਹੈ, ਤੇ ਇਸ ਦੇ ਨਾਲ ਹੀ ਵਿਜੇਂਦਰ ਸਿੰਗਲਾ ਜੀ ਵੀ ਚੋਣ ਮੈਦਾਨ ਦੇ ਵਿੱਚ ਨੇ। ਤੇ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਨਰਿੰਦਰ ਕੌਰ ਭਰਾਜ ਇਸ ਹਲਕੇ ਤੋਂ ਮੁਕਾਬਲੇ ਦੇ ਵਿੱਚ ਨੇ। ਪਰ ਸਾਡੇ ਨਾਲ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਵਿਨਰਜੀਤ ਗੋਲਡੀ ਜੀ, ਜਿਹੜੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕਾਫੀ ਕਰੀਬੀ ਵੀ ਮੰਨੇ ਜਾਂਦੇ ਨੇ, ਉਹਨਾਂ ਨੂੰ ਟਿਕਟ ਦਿੱਤੀ ਗਈ ਹੈ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜਗਦੀਪ ਬਾਈ, ਠੀਕ ਠਾਕ ਹੋ? ਠੀਕ ਹੋ ਜੀ, ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ। ਕਿਵੇਂ ਚੱਲ ਰਹੀਆਂ ਜੀ ਤਿਆਰੀਆਂ? ਚੜ੍ਹਦੀ ਕਲਾ ਹੈ, ਸਦਾ ਚੜ੍ਹਦੀ ਕਲਾ ਹੈ। ਉਹ ਰੱਬ ਦੀ ਕਹਿੰਦਾ ਮਿਹਨਤ ਮੇਰੀ ਤੇ ਰਹਿਮਤ ਉਹਦੀ, ਤੇ ਬਸ ਇਸੇ ਤਹਿਤ ਮਿਹਨਤ ਕਰੀ ਜਾਣਾ, ਬਾਕੀ ਫਲ ਜਿਹੜਾ ਉਹ ਪ੍ਰਮਾਤਮਾ ਨੇ ਦੇਣਾ ਜਾਂ ਸੰਗਤ ਨੇ ਦੇਣਾ ਜੀ। ਤੇ ਬਾਈ ਜੀ ਗੱਲ ਇਹ ਵੀ ਆਉਂਦੀ ਹੈ, ਕਹਿੰਦੇ ਗੋਲਡੀ ਸਾਹਿਬ ਤਾਂ ਸੁਨਾਮ ਦੇ ਆ, ਸੁਨਾਮ ਵਾਲਿਆਂ ਨੂੰ ਸੰਗਰੂਰ, ਤੇ ਜਿਹੜੇ ਸੰਗਰੂਰ ਵਾਲੇ ਸੀ ਉਹਨਾਂ ਨੂੰ ਧੂਰੀ, ਇਸ ਤਰ੍ਹਾਂ ਕਿਵੇਂ? ਗੱਲ ਇਹ ਹੈ ਵੀ ਰਹਿਣ ਦਾ ਤਾਂ ਸੁਨਾਮ ਸੰਗਰੂਰ ਦਾ ਕੋਈ ਬਹੁਤਾ ਡਿਫਰੈਂਸ ਨਹੀਂ ਹੈ, ਕਿਉਂਕਿ ਮੈਂ ਤਾਂ ਪੜ੍ਹਿਆ ਲਿਖਿਆ ਸਾਰਾ ਕੁਝ ਇੱਥੇ ਹੀ ਆ। ਮੇਰਾ ਜੰਮਪਲ ਵੀ ਇੱਥੇ ਦਾ, ਤੇ ਪੜ੍ਹਿਆ ਵੀ ਇੱਥੇ, ਰਣਵੀਰ ਕਾਲਜ ਪੜ੍ਹਿਆ, ਲੌਂਗੋਵਾਲ ਪੜ੍ਹਿਆ। ਮਸਲਾ ਇਹ ਨਹੀਂ ਹੈ, ਮਸਲਾ ਮੈਂ ਤਾਂ ਆਲਰੇਡੀ ਕਿਉਂਕਿ ਸਟੇਟ ਲੈਵਲ ਤੇ ਵੀ ਕੰਮ ਕੀਤਾ, ਚੇਅਰਮੈਨ ਰਿਹਾ, ਫਿਰ ਪੂਰੀ ਦੁਨੀਆ 'ਚ ਕੰਮ ਕਰਦਾ। ਜੇ ਆਪਾਂ ਬਾਹਰਲੇ ਮੁਲਕਾਂ 'ਚ ਵੀ ਜਾਣਾ, ਜਿੱਥੇ ਅਕਾਲੀ ਦਲ ਦਾ ਝੰਡਾ ਬੁਲੰਦ ਕਰਨਾ ਹੁੰਦਾ, ਅਸੀਂ ਹਮੇਸ਼ਾ ਸਭ ਤੋਂ ਮੂਹਰੇ ਹੁੰਦੇ ਹਾਂ। ਸੋ ਕੋਈ ਹਲਕਾ ਇੱਧਰ ਉੱਧਰ ਨਹੀਂ ਹੁੰਦਾ। ਜੇ ਹੁਣ ਗੱਲ ਕਰੋ ਤਾਂ ਗੱਲ ਇਹ ਹੈ ਕਿ ਤੁਹਾਡੀ ਵਿਜ਼ਨ ਕੀ ਹੈ, ਉਹ ਤੁਸੀਂ ਕਿਸੇ ਹਲਕੇ 'ਚ ਵੀ ਜਾਣਦੇ ਹੋ।
ਤਾਂ ਇਹ ਜ਼ਿਲ੍ਹਾ ਮੇਰਾ ਸੰਗਰੂਰ ਹੈ, ਮੇਰਾ ਮਾਣ ਹੈ ਤੇ ਮੈਨੂੰ ਨਹੀਂ ਲੱਗਦਾ ਕੋਈ ਬਾਹਰ ਅੰਦਰ ਵਾਲਾ ਕੋਈ ਮਸਲਾ ਨਹੀਂ ਹੈਗਾ। ਗੋਲਡੀ ਸਾਹਿਬ, ਜਦੋਂ ਗੱਲ ਦੂਜਿਆਂ ਦੀ ਆ ਜਾਂਦੀ ਆ ਜਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ, ਫਿਰ ਉਦੋਂ ਇਹ ਕਿਹਾ ਜਾਂਦਾ ਵੀ ਇਹ ਦਿੱਲੀ ਵਾਲੇ ਇੱਥੇ ਕਿਵੇਂ ਆ ਗਏ, ਜਾਂ ਫਿਰ ਬਾਹਰੋਂ ਜੇ ਕੋਈ ਉਮੀਦਵਾਰ ਲੱਗ ਜਾਂਦਾ ਹੈ ਤਾਂ ਫਿਰ ਅਕਾਲੀ ਦਲ ਦੇ ਵੀ ਕਈ ਅਜਿਹੇ ਉਮੀਦਵਾਰ ਹੈਗੇ ਨੇ ਜਿਹੜੇ ਇਹ ਕਹਿੰਦੇ ਨੇ ਵੀ ਇਹ ਤਾਂ ਜੀ ਬਾਹਰੋਂ ਉਮੀਦਵਾਰ ਦੇ ਦਿੱਤਾ ਗਿਆ, ਤੇ ਤੁਸੀਂ ਕਹਿੰਦੇ ਇਹਦਾ ਕੋਈ ਜ਼ਿਆਦਾ ਸਿੰਗਲਾ ਸਾਹਿਬ ਪਟਿਆੜਿਓਂ ਆ ਕੇ ਜਿੱਤੇ ਹੋਏ ਨੇ ਤੇ ਇੱਕ ਵਾਰ MP ਬਣਾਤੇ, ਮੰਤਰੀ ਬਣਾਤੇ। ਇਹ ਨਹੀਂ ਕੋਈ ਫਰਕ ਹੁੰਦਾ। ਫਰਕ ਇਹ ਹੈ ਕਿ ਤੁਹਾਡਾ, ਮੈਂ ਕਦੇ ਨਹੀਂ ਕਿਹਾ, ਮੈਂ ਜ਼ਿਲ੍ਹੇ 'ਚ ਹਾਂ, ਸੰਗਰੂਰ ਤੇ ਸੁਨਾਮ ਦਾ 12 ਕਿਲੋਮੀਟਰ ਦਾ ਡਿਫਰੈਂਸ ਹੈ ਆਪਸ 'ਚ। 12 ਕਿਲੋਮੀਟਰ ਦੇ ਵਿੱਚ ਬਹੁਤ ਸਾਰਾ ਆਪਸ ਮੇਲ ਮਿਲਾਪ ਬਹੁਤ ਹੈ, ਸਾਰਾ ਲੈਣ ਦੇਣ, ਸਾਰਾ ਆਉਣ ਜਾਣ, ਬੈਠਣ ਉੱਠਣ, ਜਿੰਨੇ ਮਿੱਤਰ ਦੋਸਤ, ਸਾਰਾ ਕੁਝ ਸੰਗਰੂਰ 'ਚ ਹੀ ਹੈ ਮੇਰਾ, ਪੁਰਾਣਾ ਪੜ੍ਹਿਆ ਵੀ ਇੱਥੇ ਆ। ਸੋ ਉਹ ਨਾਟ ਐਨ ਇਸ਼ੂ। ਪਰ ਹਾਂ, ਗੱਲ ਇਹ ਹੈ ਕਿ ਮੈਂ ਇੱਕ ਵਿਜ਼ਨਰੀ ਲੀਡਰ ਹਾਂ। ਮੈਂ PRTC ਦਾ ਚੇਅਰਮੈਨ ਰਿਹਾ। ਐਜ਼ ਏ ਚੇਅਰਮੈਨ ਮੈਂ ਮਾਣ ਨਾਲ ਕਹਿ ਸਕਦਾ ਕਿ ਮੈਂ ਬਹੁਤ ਆਪਣੇ ਆਪ 'ਚ ਜੋ ਮੈਨੂੰ ਸੇਵਾ ਮਿਲੀ ਉਹਨੂੰ ਮੈਂ ਬਾਖੂਬੀ ਨਿਭਾਇਆ। ਤੇ ਇੱਥੇ ਇਹਨਾਂ ਇਲਾਕਿਆਂ ਦੇ ਵਿੱਚ ਸੰਗਰੂਰ ਦਾ ਬੱਸ ਸਟੈਂਡ ਹੈ, ਉਹਦੇ ਤੇ ਅੱਜ ਵੀ ਮੇਰਾ ਬੋਰਡ ਲੱਗਿਆ ਹੋਇਆ, ਜੇ ਤੁਸੀਂ ਜਾ ਕੇ ਦੇਖੋਗੇ ਤਾਂ ਉੱਥੇ ਲੱਗਿਆ ਕਿ ਮੇਰੇ ਵੱਲੋਂ ਉੱਥੇ ਮੈਂ ਉਹਦਾ ਉਦਘਾਟਨ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਤੋਂ ਕਰਾਇਆ ਸੀ। ਸੋ ਮਸਲਾ ਇਹ ਨਹੀਂ ਹੈ, ਮਸਲਾ ਇਹ ਹੈ ਕਿ ਤੁਸੀਂ ਕਰਨਾ ਕੀ ਚਾਹੁੰਦੇ ਹੋ। ਤਾਂ ਤੁਸੀਂ ਚਾਹੇ, ਮੈਂ ਤਾਂ ਇੱਕ ਵਾਰ ਕਿਹਾ ਕਿ ਜੇ ਪਾਰਟੀ ਮੈਨੂੰ ਹੁਕਮ ਕਰੂਗੀ, ਮੈਨੂੰ ਅਫਗਾਨਿਸਤਾਨ ਤੋਂ ਇਲੈਕਸ਼ਨ ਲੜ ਲਓ, ਮੈਂ ਤਾਂ ਉੱਥੇ ਵੀ ਲੜ ਲੂੰਗਾ, ਮੈਨੂੰ ਕੋਈ ਚੱਕਰ ਨਹੀਂ ਹੈ। ਮੇਰਾ ਇਹ ਹੈ ਮੈਂ ਮਿਹਨਤ ਕਰਨੀ ਹੈ, ਮਿਹਨਤ ਕਰਕੇ ਬਣਨ ਵਾਲਾ ਬੰਦਾ। ਤੇ ਇੱਥੇ ਵੀ ਇਲਾਕਾ ਸੇਵਾ ਹੀ ਹੈ, ਰਾਜਨੀਤਿਕ ਇੱਕ ਸੇਵਾ ਦੇ ਤੌਰ ਤੇ ਕੰਮ ਕਰਨਾ, ਜਿਹੜੀ ਐਕਚੁਅਲ 'ਚ ਪੁਰਾਣੇ ਟਾਈਮ ਤੇ ਆਪਾਂ ਗੱਲ ਕਰਦੇ ਹੁੰਦੇ ਸੀ, ਉਸੇ ਸੇਵਾ ਤਹਿਤ ਜਿਹੜਾ ਹੈ ਮੈਂ ਇਸ ਇਲਾਕੇ ਦੇ ਵਿੱਚ ਹਾਂ ਤੇ ਲੋਕਾਂ ਦੀ ਸੇਵਾ ਕਰੂੰਗਾ। ਬਾਹਰ ਅੰਦਰ ਵਾਲਾ ਇਸ਼ੂ ਤਾਂ ਸਿਰਫ ਜੇ ਕਿਸੇ ਨੇ ਮੁੱਦਾ ਬਣਾਉਣਾ ਹੈ। ਜਿਹੜੀ ਰਹੀ ਤੁਸੀਂ ਦਿੱਲੀ ਦੀ ਗੱਲ ਕੀਤੀ ਹੈ, ਦਿੱਲੀ ਉਹ ਇੱਕ ਸਟੇਟ ਇਸ਼ੂ ਹੈ। ਦਿੱਲੀ ਵਾਲੇ ਇੱਥੇ ਆ ਗਏ, ਦਿੱਲੀ ਵਾਲੇ ਅਨਡਾਊਟਲੀ, ਜੇ ਹੁਣ ਅਸੀਂ ਪੰਜਾਬ ਵਾਲੇ ਬਾਹਰ ਜਾਣਾ ਤਾਂ ਉੱਥੇ ਹੁੰਦਾ ਹੈ। ਪਰ ਮੈਂ ਇੱਕ ਜ਼ਿਲ੍ਹੇ 'ਚ, ਇੱਕ ਸ਼ਹਿਰ 'ਚ ਬੈਠਾ, ਇੱਥੇ ਹੀ ਰਹਿਣਾ, ਇੱਥੇ ਹੀ ਮੇਰੇ ਕਾਰੋਬਾਰ ਨੇ, ਇੱਥੇ ਹੀ ਮੇਰਾ ਕੰਮ ਕਾਰ ਹੈ ਸਾਰਾ ਕੁਝ ਸੰਗਰੂਰ 'ਚ, ਤੇ ਫਿਰ ਮੈਂ ਬਾਹਰਲਾ ਕਿੱਥੋਂ ਹੋ ਗਿਆ। ਦਿੱਲੀ ਜਿਹੜਾ ਹੈ, ਜਦੋਂ ਤੁਸੀਂ ਇੱਕ ਚੀਜ਼ ਧਿਆਨ ਨਾਲ ਦੇਖਣ ਵਾਲੀ ਗੱਲ ਹੈ, ਦਿੱਲੀ ਵਾਲਿਆਂ ਨੂੰ ਕਦੇ ਅਸੀਂ ਇਹ ਨਹੀਂ ਕਿਹਾ ਕਿ ਦਿੱਲੀ ਵਾਲੇ ਕਿਉਂ ਆ ਗਏ ਜਾਂ ਦਿੱਲੀ ਵਾਲਿਆਂ ਦੀ ਕੀ, ਅਸੀਂ ਕਹਿੰਦੇ ਕਿ ਦਿੱਲੀ ਵਾਲਿਆਂ ਦਾ ਵਿਜ਼ਨ ਕੀ ਹੈ, ਉਹ ਪਹਿਲਾਂ ਦਿੱਲੀ 'ਚ ਕੀ ਕਰਕੇ ਆਏ ਨੇ। ਉਹਨਾਂ ਦਿੱਲੀ 'ਚ, ਮੈਂ ਇੱਥੇ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ ਤੁਹਾਨੂੰ ਜਗਦੀਪ ਜੀ, ਤੁਸੀਂ ਇਹ ਦੇਖੋ ਕਿ ਦਿੱਲੀ 'ਚ 70 ਚੋਂ 67 ਸੀਟਾਂ ਜਿੱਤੀ ਆਮ ਆਦਮੀ ਪਾਰਟੀ, ਜਿੱਤੀ ਆ ਨਾ। 3 ਮਿਊਨਿਸਪਲ ਕਾਰਪੋਰੇਸ਼ਨਾਂ ਨੇ ਉੱਥੇ, ਠੀਕ ਹੈ, 3 ਮਿਊਨਿਸਪਲ ਕਾਰਪੋਰੇਸ਼ਨ 'ਚ ਉਹਨਾਂ ਦਾ ਇੱਕ ਵੀ MC ਨਹੀਂ ਹੈ। ਜੇ ਇੰਨੀ ਡਿਵੈਲਪਮੈਂਟ ਕੀਤੀ ਹੈ ਫਿਰ ਉੱਥੇ ਕਿਉਂ ਨਹੀਂ ਜਿੱਤਦਾ। ਜਿਹੜੇ ਇਲਾਕੇ ਦਾ MLA ਜਿੱਤਿਆ ਹੋਵੇ ਤਾਂ ਉਸ ਇਲਾਕੇ ਦਾ MC ਤਾਂ 100% ਹੈ ਨਾ, ਕਿ ਜੇ ਕੰਮ ਕੀਤਾ ਤਾਂ MC ਜਿੱਤੂਗਾ। 7 ਮੈਂਬਰ ਪਾਰਲੀਮੈਂਟ ਨੇ, ਇੱਕ ਵੀ ਮੈਂਬਰ ਪਾਰਲੀਮੈਂਟ ਨਹੀਂ ਹੈ। ਪੁੱਛੋ ਕਿਉਂ ਨਹੀਂ ਹੈ, ਕਿਤੇ ਨਾ ਕਿਤੇ ਤਾਂ ਦਾਲ 'ਚ ਕਾਲਾ ਹੈ ਨਾ। ਸੋ ਇਸ ਕਰਕੇ ਸੋਚਣ ਦੀ ਲੋੜ ਹੈ। ਅਸੀਂ ਤਾਂ ਕਹਿਣਾ ਕਿ ਦਿੱਲੀ ਵਾਲੇ ਜਿਹੜੇ ਨੇ, ਉਹਨਾਂ ਨੇ ਪੰਜਾਬ ਦੀ ਸਿਆਸਤ ਦੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਹੈ। ਅਸੀਂ ਕਬਜ਼ਾ ਨਹੀਂ, ਮੈਂ ਕਹਿਣਾ ਮੈਂ ਸੇਵਾ ਕਰਨ ਲਈ ਆਇਆ। ਤੁਸੀਂ ਮੈਂਬਰ ਪਾਰਲੀਮੈਂਟਾਂ ਦੀ ਉਹਨਾਂ ਦੀ ਗੱਲ ਕੀਤੀ, ਪੰਜਾਬ ਦੇ ਵਿੱਚ ਮੈਂਬਰ ਪਾਰਲੀਮੈਂਟ ਆਪਣੇ ਕਿੰਨੇ ਹੈ ਜੀ? ਅਕਾਲੀ ਦਲ ਦੇ 2 ਨੇ ਜੀ, ਬਿਲਕੁਲ ਨੇ, ਇਹ 'ਚ ਕੋਈ ਦੋ ਰਹਿ ਨਹੀਂ ਹੈ। ਤੇ ਕੋਈ ਸਮਾਂ ਸੀ 9 ਵੀ ਸੀ। ਮੈਂ ਗੱਲ ਜਿਹੜੀ ਕਰ ਰਿਹਾ, ਸਾਡਾ ਤਾਂ ਟਾਈਮ ਟੂ ਟਾਈਮ ਆ। ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਜਿਹੜੀ ਆ ਉਹ ਸਿਰਫ ਪੰਜਾਬ ਤੱਕ ਹੈ। ਅਸੀਂ ਪੰਜਾਬ ਤੋਂ ਬਾਹਰ ਤਾਂ ਕੋਈ ਸਿਆਸਤ ਨਹੀਂ ਸਾਡੀ। ਸਾਡਾ ਗੱਠਜੋੜ ਹੋਏਗਾ, ਉਹ ਹੋ ਸਕਦਾ ਕਿਉਂਕਿ ਸੈਂਟਰ ਨਾਲ ਗੱਠਜੋੜ ਰੱਖਣਾ ਜ਼ਰੂਰੀ ਹੈ ਫॉर ਦਾ ਫਾਈਨੈਂਸ਼ੀਅਲ ਸਿਸਟਮ। ਜਦੋਂ ਚੋਣਾਂ ਸੀਗੀਆਂ ਉਦੋਂ ਤਾਂ ਅਕਾਲੀ ਦਲ ਉਦੋਂ ਵੀ ਦਾਅਵੇ ਕਰ ਰਿਹਾ ਸੀ ਵੀ 13 ਹਲਕਿਆਂ ਦੇ ਉੱਤੇ ਜਿਹੜੇ ਅਸੀਂ ਜਿੱਤ ਪ੍ਰਾਪਤ ਕਰਾਂਗੇ। 2 ਆਈਆਂ ਜੀ। ਬਿਲਕੁਲ, ਇਹ 'ਚ ਕੋਈ ਦੋ ਰਹਿ ਨਹੀਂ ਹੈ। ਸੰਗਤ ਦਾ ਮੈਂਡੇਟ ਹੈ। ਜੇ ਸੰਗਤ ਨੂੰ ਨਹੀਂ ਚੰਗਾ ਲੱਗਿਆ ਤਾਂ ਬਿਲਕੁਲ ਸਹੀ ਗੱਲ ਕਹਿੰਦੇ ਆ ਕਿ ਅਸੀਂ ਠੀਕ ਹੈ, ਸਾਨੂੰ ਸੰਗਤ ਨੇ ਜੋ ਮੈਂਡੇਟ ਦਿੱਤਾ, ਤੇ ਕਿਸੇ ਟਾਈਮ ਇਹ ਵੀ ਸੀ ਵੀ 13 ਚੋਂ 11 ਵੀ ਆਈਆਂ ਸੀਆਂ। ਇਹ ਤਾਂ ਟਾਈਮ ਸੀ ਨਾ। ਉਹੀ ਆਪਣੇ ਗੋਲਡੀ ਜੀ, ਉਹੀ ਆਪਣੇ ਵੀ ਜਿਹੜੇ ਤੁਹਾਡੇ ਅਕਾਲੀ ਦਲ ਛੱਡ ਕੇ ਗਏ, ਉਹ ਵੀ ਕਹਿੰਦੇ ਸੀ ਵੀ ਕਿਸੇ ਦਾ ਟਾਈਮ ਸਟਰੋਂਗ ਸੀ ਅਕਾਲੀ ਦਲ, ਕਹਿੰਦੇ ਪਰ ਸੁਖਬੀਰ ਬਾਦਲ ਨੇ ਪੱਠਾ ਬਿਠਾਤਾ। ਉਹ ਬਾਦਲ ਸਾਹਿਬ ਦਾ ਨਾਂ ਲੈਂਦੇ ਆ। ਤੁਹਾਨੂੰ ਲੱਗਦਾ ਵੀ ਸੁਖਬੀਰ ਬਾਦਲ ਗੱਲ ਇਹ ਕਹਿੰਦਾ ਵੀ ਤੇਰੇ ਖਾਂਦੇ ਦੀ ਦਾੜੀ ਹਿਲਦੀ ਹੈ। ਇਹ ਤਾਂ ਜਿਹਨੇ ਕਹਿਣਾ, ਜਿਹਨੇ ਭੱਜਣਾ ਨਾ ਸੋਹਣਿਆ, ਉਹਨੇ ਕੋਈ ਨਾ ਕੋਈ ਤਾਂ ਬਹਾਨਾ ਬਣਾਉਣਾ ਹੀ ਹੈ ਨਾ ਕਿ ਮੈਨੂੰ ਨਹੀਂ, ਮੈਂ ਨਾ ਮੰਨੂ। ਹੁਣ ਜਿਹੜੇ ਬੰਦਿਆਂ ਨੂੰ, ਪਾਰਟੀ ਇੱਕ ਚੀਜ਼ ਹੈ, ਮੈਂ ਇੱਕ ਵਰਕਰ ਬੰਦਾ, ਮੇਰੀ ਕੋਈ ਜੇ ਕਹਾਂ ਕਿ ਮੇਰੇ ਪਿਓ ਦਾਦਿਆਂ ਦੀ ਜੇ ਕਹੀਏ ਕਿ ਰਾਜਨੀਤੀ 'ਚ ਕੋਈ ਸਰਗਰਮ ਭੂਮਿਕਾ ਸੀ, ਵਰਕਰ ਸੀ ਅਕਾਲੀ ਦਲ ਦੇ, ਬਿਲਕੁਲ ਵਰਕਰ ਰਹੇ ਨੇ, ਤੇ ਮੈਂ ਵੀ ਵਰਕਰ ਰਿਹਾ ਤੇ ਵਰਕਰੀ ਤੋਂ ਸ਼ੁਰੂ ਕੀਤਾ। ਤੇ ਇਹ ਗੱਲ ਨਹੀਂ, ਜਿਹੜਾ ਬੰਦਾ ਡਿਜ਼ਰਵ ਕਰਦਾ ਉਹਨੂੰ ਮਿਲਦਾ। ਕਈ ਵਾਰੀ ਡਿਜ਼ਰਵ ਕਰਨ ਵਾਲੇ ਬੰਦੇ ਨੂੰ ਵੀ ਨਹੀਂ ਮਿਲ ਸਕਦਾ, ਉਹਦਾ ਪਾਰਟੀ ਦੇ ਕਈ ਵਾਰੀ ਸਿਸਟਮ ਹੁੰਦਾ ਹੈ, ਠੀਕ ਹੈ। ਤੇ ਉੱਥੇ ਹਮੇਸ਼ਾ ਬੰਦੇ ਨੂੰ ਉੱਥੇ ਸਬਰ ਕਰਨਾ ਚਾਹੀਦਾ। ਜਿਹੜੀ ਗੱਲ ਰਹੀ, ਤੁਸੀਂ ਕਹਿੰਦੇ ਹੋ ਕਿ 11 ਚੋਂ ਅਸੀਂ 13 ਜਿੱਤੇ ਜਾਂ 13 ਚੋਂ 11 ਜਿੱਤੇ ਜਾਂ ਉਦੋਂ ਬਾਅਦ ਸਟਰੋਂਗ ਸੀ, ਅਨਡਾਊਟਲੀ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਸਟਰੋਂਗ ਹੈ। ਸ਼੍ਰੋਮਣੀ ਅਕਾਲੀ ਦਲ ਕਿਤੇ ਮਾੜਾ ਨਹੀਂ ਹੋਇਆ। ਪਾਰਟੀ ਦੇ ਵੋਟ ਪਰਸੈਂਟੇਜ ਦੇਖੋ, ਠੀਕ ਹੈ। ਮੈਂ ਹਮੇਸ਼ਾ ਕਹਿ ਕੇ ਰਾਜਨੀਤਿਕ ਬੰਦੇ ਨੂੰ, ਜੇ ਕਿਤੇ ਕੋਈ ਮਾੜੀ ਚੰਗੀ ਗੱਲ ਹੋਈ ਹੈ ਤਾਂ ਜਾਂ ਕਿਤੇ ਸਾਨੂੰ ਘਟੀਆਂ ਨੇ ਜਾਂ ਸੀਟਾਂ ਘੱਟ ਨੇ, ਤਾਂ ਉਹ ਸੰਗਤ ਦੀ ਅਸੀਂ ਹਮੇਸ਼ਾ ਉਹਨੂੰ ਖੜੇ ਮੱਥੇ ਪ੍ਰਵਾਨ ਕੀਤਾ ਹੈ। ਉਹ ਘਟਣ ਦੀ ਗਲਤੀ ਕੀ ਹੈ, ਕਾਰਨ ਕੀ ਹੈ? ਬਲਕਿ ਵਿਧਾਨ ਸਭਾ ਨੂੰ ਵੀ ਵੇਖੀਏ, ਲੋਕ ਸਭਾ ਨੂੰ ਨਹੀਂ ਚੰਗਾ ਲੱਗਿਆ, ਚੰਗਾ ਨਾ ਲੱਗਣ ਦਾ ਕਾਰਨ ਕੀ ਹੈ? ਦੇਖੋ, ਇੱਕ ਪਰਿਵਾਰ 'ਚ ਆਪਾਂ ਕੰਮ ਕਰਦੇ ਹਾਂ, ਕੰਮ ਕਰਦੇ ਕਰਦੇ ਕਈ ਵਾਰੀ ਨਹੀਂ ਵੀ ਚੰਗਾ ਲੱਗਦਾ ਹੁੰਦਾ। ਮੈਨੂੰ ਕੋਈ ਚੀਜ਼ ਚੰਗੀ ਨਹੀਂ ਲੱਗੀ ਕਿ ਯਾਰ ਇਹ ਠੀਕ ਨਹੀਂ ਹੈਗਾ, ਉਹਨੂੰ ਲੱਗਿਆ ਕਿ ਨਹੀਂ, ਇਹ ਬਦਲਾਅ ਚਾਹੀਦਾ। ਪੰਜਾਬ ਦੇ ਲੋਕ ਕ੍ਰਾਂਤੀਕਾਰੀ ਨੇ, ਉਹਨਾਂ ਨੂੰ ਲੱਗਦਾ ਕਿ ਬਦਲਾਅ ਚਾਹੀਦਾ। ਜੇ ਬਦਲਾਅ ਦੀ ਨੀਤੀ ਹੈ ਤਾਂ ਠੀਕ ਹੈ। ਫਿਰ ਇਹ ਤਾਂ ਹੁਣ ਆਮ ਆਦਮੀ ਪਾਰਟੀ ਕਹਿੰਦੀ 100 ਸੀਟਾਂ ਜਿੱਤਾਂਗੇ, ਬੜੇ ਸਰਵੇ ਸੀ ਉਹਨਾਂ ਦੇ, ਫਿਰ 100 ਚੋਂ ਕਿੰਨੀਆਂ ਰਹੀਆਂ? 20।
ਤੇ 20 ਚੋਂ ਵੀ 12 ਭੱਜ ਗਏ, 8 ਰਹਿ ਗਈਆਂ ਤੇ ਹੋਰ 4 ਮੈਂਬਰ ਵੀ ਪਾਰਲੀਮੈਂਟ ਖੜੇ ਕੀਤੇ ਸੀ ਇਹਨਾਂ ਨੇ। ਕਹਿੰਦੇ ਹੁਣ ਤਾਂ ਅਸੀਂ ਅਕਾਲੀ ਦਲ ਵਾਲੇ ਵੀ ਸ਼ਾਮਲ ਕਰਵਾਏ ਜਾਂਦੇ ਆ ਜਿਹੜੇ ਦੁਖੀ ਹੋਏ ਤੁਹਾਡੇ ਤੋਂ। ਗੱਲ ਤਾਂ ਇੱਥੇ ਹੀ ਹੈ ਨਾ ਜਗਦੀਪ ਬਾਈ, ਗੱਲ ਇਹ ਹੈ ਇਹਨਾਂ ਨੂੰ ਪੁੱਛੋ ਵੀ ਇਹਨਾਂ ਕੋਲੇ ਬੰਦੀ ਹੈ ਨਹੀਂ। ਜਿਹੜੇ ਕਹਿੰਦੇ ਸੀ ਜੀਤ ਪੈਂਚਰ ਵਾਲੇ ਨੂੰ ਟਿਕਟ ਦੇਵਾਂਗੇ, ਧਰਮੇ ਚੱਕੀ ਵਾਲੇ ਨੂੰ ਟਿਕਟ ਦੇਵਾਂਗੇ, ਕਿੱਥੇ ਗਏ ਉਹ? ਕਿੱਥੇ ਨੇ ਉਹ? ਅੱਜ ਫਿਰ ਉਹਨਾਂ ਨੂੰ ਅਕਾਲੀ ਦਲ ਤੇ ਕਾਂਗਰਸ ਵਾਲੇ ਜਿਹੜੇ ਜਿਨ੍ਹਾਂ ਨੂੰ ਅਸੀਂ ਟਿਕਟ ਨਹੀਂ ਦਿੱਤੀ ਤੇ ਉਹਨਾਂ ਨੂੰ ਉਹ ਦੇਈ ਜਾਂਦੇ ਨੇ। ਤੇ ਫਿਰ ਕੀ ਹੈ ਇਹ? ਕਿਹੜੀ ਆਮ ਰਹੇਗੀ? ਮੈਨੂੰ ਐਂ ਦੱਸੋ 56-57 ਬੰਦਿਆਂ ਦੀ ਲਿਸਟ ਜਿਹੜੇ ਆਮ ਆਦਮੀ ਪਾਰਟੀ 'ਚ ਅੱਜ ਟਿਕਟਾਂ ਦਿੱਤੀਆਂ ਨੇ, 56 ਤੋਂ ਵੱਧ ਬੰਦੇ ਉਹ ਨੇ ਜਿਹੜੇ ਦੂਜੀਆਂ ਪਾਰਟੀਆਂ 'ਚ ਹੋਏ ਨੇ। ਤੇ ਕਿੱਥੇ ਗਏ ਆਮ ਲੋਕ ਜਿਨ੍ਹਾਂ ਦੀ ਇਹ ਵੱਡੇ ਆ ਸਾਡਾ ਮੌਜੂਦਾ ਮੈਂਬਰ ਪਾਰਲੀਮੈਂਟ ਨੇ? ਗਰੰਟੀ ਕਰਦਾ ਇਹਨੂੰ ਸੀਐਮ ਦਾ ਚਿਹਰਾ ਅਨਾਉਂਸ ਨਾ ਕਰੋ, ਭੱਜੂਗਾ। ਇਹ ਤਾਂ 4 ਚੋਂ 3 ਐਮਪੀ ਪਹਿਲਾਂ ਭੱਜੇ, ਪਿਛਲੇ 'ਚ ਹੀ ਭੱਜ ਗਏ ਸੀ ਨਾ, ਤੇ ਇੱਕ ਰਹਿ ਗਿਆ ਸੀ। ਇੱਕ ਵੀ ਤਾਂ ਕਿਉਂ ਖੜਾ ਹੈ? ਕਿਉਂਕਿ ਉਹਨੂੰ ਇਹ ਹੈ ਕਿ ਮੈਨੂੰ ਮੁੱਖ ਮੰਤਰੀ ਬਣਾ ਦੇਣਗੇ। ਉਹ ਕਹਿੰਦੇ ਵੀ ਮੈਂ ਮੁੱਖ ਮੰਤਰੀ ਬਣਨਾ ਨਹੀਂ ਸੀ, ਪਰ ਹੁਣ ਉਹਨਾਂ ਨੇ ਇੱਕ ਨੰਬਰ ਜਾਰੀ ਕੀਤਾ ਜੀ, ਉਹਦੇ ਤੇ ਤੁਸੀਂ ਸਿੱਧੇ ਤੌਰ ਤੇ ਉਹ ਕਹਿੰਦੇ ਸਾਨੂੰ ਦੱਸੋ, ਮੈਸੇਜ ਕਰੋ। ਮੈਂ ਨਾ ਉਹਦੀ ਤੁਸੀਂ ਕੈਲਕੂਲੇਸ਼ਨ ਲਾਈ ਹੈ? 8 ਲੱਖ ਹੈ ਨਾ? ਕਿੰਨੇ ਘੰਟਿਆਂ 'ਚ? 24 'ਚ 1 ਸੈਕਿੰਡ 'ਚ 9 ਵਾਰ ਕਨੈਕਟ। 1 ਸੈਕਿੰਡ 9 ਵਾਰ ਕਨੈਕਸ਼ਨ। ਤੁਸੀਂ ਪੋਸੀਬਲ ਹੈ ਕਿ 1 ਸੈਕਿੰਡ 'ਚ 9 ਵਾਰ ਤੁਹਾਡੇ ਫੋਨ ਤੇ ਮੈਸੇਜ ਜਾਂ ਕਾਲ ਆ ਜੂਗੀ? ਕੈਲਕੂਲੇਸ਼ਨ ਲਾ ਕੇ ਦੇਖੋ ਕਿੰਨੇ ਸੈਕਿੰਡਸ ਬਣਦੇ ਨੇ ਉਹ। ਜੋ ਸੈਕਿੰਡਸ ਦੇ ਵਿੱਚ ਤੁਸੀਂ 8 ਲੱਖ ਨਾਲ ਗੱਲ ਕਰੋਗੇ ਤਾਂ 1 ਸੈਕਿੰਡ 'ਚ 9 ਵਾਰ ਮੰਨ ਲਓ ਜਾਂ ਤਾਂ ਮੈਸੇਜ ਆਇਆ ਜਾਂ ਕਾਲ ਆਈ ਹੈ। ਪੋਸੀਬਲ ਹੀ ਨਹੀਂ। ਬੇਵਕੂਫ ਬਣਾਉਂਦੇ ਨੇ ਲੋਕਾਂ ਨੂੰ। ਇੱਕੋ ਝੂਠ ਨੂੰ 100 ਵਾਰ ਬੋਲਣਗੇ ਉਹਨੂੰ ਸੱਚ ਕਰਨ ਵਾਸਤੇ। ਤੇ ਇਹੀ ਫਿਤਰਤ ਹੈ ਇਹਨਾਂ ਦੀ। ਤੁਸੀਂ ਮੈਂ ਇਸ ਇਲਾਕੇ 'ਚ ਫਿਰ ਲੋਕ ਇਹ ਵੀ ਤਾਂ ਕਹਿੰਦੇ, ਜੇ ਤੁਸੀਂ ਉਹਨਾਂ ਨੂੰ ਕਹਿੰਦੇ ਬੇਵਕੂਫ ਬਣਾਉਂਦੇ, ਲੋਕ ਤਾਂ ਇਹ ਵੀ ਕਹਿੰਦੇ ਵੀ ਸੁਖਬੀਰ ਬਾਦਲ ਕਹਿੰਦੇ ਆ ਵੀ ਮੈਂ ਇਸ ਹਲਕੇ ਦੇ ਵਿੱਚ ਸਾਨੂੰ ਦਿਓ ਮੌਕਾ ਤੇ ਟਰਾਲੀ ਭਰ ਕੇ ਟਰੱਕ ਭਰ ਕੇ ਨੋਟਾਂ ਦਾ ਆਇਆ ਕਰੂਗਾ। ਪੋਸੀਬਲ ਹੈਗਾ ਜੀ? ਟਰੱਕ ਭਰ ਕੇ ਨਹੀਂ ਆਉਂਦਾ ਨਹੀਂ ਜੀ। ਮੈਨੂੰ ਇਹ ਦੱਸੋ ਪੰਜਾਬ ਦੇ ਵਿੱਚ ਜਿੰਨੀ ਡਿਵੈਲਪਮੈਂਟ ਅਕਾਲੀ ਦਲ ਦੇ ਟਾਈਮ ਤੇ ਹੋਈ ਹੈ, ਟਰੱਕ ਨੋਟਾਂ ਦਾ ਭਰ ਕੇ ਨਹੀਂ ਹੁੰਦਾ ਵੀ ਨੋਟਾਂ ਦਾ ਟਰੱਕ ਲਿਆ ਕੇ ਚੌਂਕ ਚਲਾਤਾ। ਨੋਟਾਂ ਦਾ ਟਰੱਕ ਭਰਨ ਦਾ ਇਹ ਹੁੰਦਾ ਜੇ ਪੰਜਾਬ 'ਚ ਅਸੀਂ ਕਿਤੇ ਵੀ ਕੋਈ ਡਿਵੈਲਪਮੈਂਟ ਕੀਤੀ ਹੈ, ਕਿਸੇ ਇਲਾਕੇ 'ਚ, ਚਾਹੇ ਉਹ ਕਾਲਜ ਬਣਾਏ, ਸਕੂਲ ਬਣਾਏ, ਸੜਕਾਂ ਬਣਾਈਆਂ, ਕੋਈ ਬਿਜਲੀ ਦਾ ਕੰਮ ਕੀਤਾ, ਸੇਵਾ ਕੇਂਦਰ ਖੋਲੇ, ਸੁਵਿਧਾ ਕੇਂਦਰ ਖੋਲੇ, ਗਿਣਤੀ ਹੈ। ਕਰਜ਼ਾ ਚੁੱਕ ਕੇ ਜੀ ਡੈਫੀਨੇਟ ਹੈ। ਇਹਦੇ 'ਚ ਇਹ ਵੀ ਦੱਸਦਾ, ਤੁਸੀਂ ਦੇਖੋ ਪੰਜਾਬ ਇੱਕ ਜਗਰਾਫੀਕਲੀ ਵੀਕ ਸਟੇਟ ਹੈ। ਜਗਰਾਫੀਕਲੀ ਜਿਹੜੀ ਹੈ, ਕਿਉਂਕਿ ਇੱਕ ਤਾਂ ਵਾਟਰ ਸਟੇਟ ਹੈ, ਨੈਚੁਰਲ ਰਿਸੋਰਸਿਸ ਕੋਈ ਨਹੀਂ ਹੈ ਸਾਡੇ ਕੋਲ। ਟੈਕਸ ਰੈਵਨਿਊ ਜਨਰੇਸ਼ਨ ਜਿਹੜੀ ਆ ਉਹ ਸਿਰਫ ਤੇ ਸਿਰਫ ਅਸੀਂ ਐਗਰੀਕਲਚਰ ਬੇਸਡ ਹਾਂ। ਸਾਡੇ ਕੋਲ ਇੰਡਸਟਰੀ ਡਿਵੈਲਪਮੈਂਟ ਨਹੀਂ ਹੈ। ਕਿਉਂ? ਦੂਜੀਆਂ ਸਟੇਟਾਂ ਨਾਲ, ਗੁਜਰਾਤ ਨਾਲ, ਮਹਾਰਾਸ਼ਟਰ ਨਾਲ, ਮੱਧ ਪ੍ਰਦੇਸ਼ ਨਾਲ ਤੁਸੀਂ ਕੰਪੇਅਰ ਨਹੀਂ ਕਰ ਸਕਦੇ ਪੰਜਾਬ ਨੂੰ। ਤੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਤਾਰ ਕੇ ਦਿਖਾਵਾਂਗੇ ਜਿਹੜਾ ਅਕਾਲੀਆਂ ਤੇ ਕਾਂਗਰਸੀਆਂ ਨੇ ਕਰਜ਼ਾ ਸਾਡੀ ਸਟੇਟ ਤੇ ਲਾਤਾ। ਉਹ ਕਹਿੰਦਾ ਭਗਵੰਤ ਮਾਨ ਤਾਂ ਇਹ ਵੀ ਕਹਿੰਦਾ ਵੀ ਜਦੋਂ ਬੱਚਾ ਜਨਮ ਲੈਂਦਾ ਏ ਤਾਂ ਉਹਦੇ ਸਿਰ 2 ਲੱਖ ਪਹਿਲਾਂ ਹੀ ਖੜਾ ਏ। ਉਹ ਕਹਿੰਦਾ ਉਹਨੂੰ ਚਲੋ ਕਰੋ, ਉਹਨੂੰ ਕਹ 7 ਸਾਲਾਂ 'ਚ ਸੰਗਰੂਰ ਹਲਕੇ ਲਈ ਇੱਕ ਮਾਈਲਸਟੋਨ, ਇੱਕ ਚੀਜ਼ ਦੱਸ ਦੇ ਮੈਂ ਆਹ ਸੰਗਰੂਰ ਹਲਕੇ ਲਈ ਕੀਤਾ। ਇੱਕ ਚੀਜ਼ ਜਿਹੜੀ ਉਹ ਦਿਖਾ ਕੇ 7 ਸਾਲ ਤੋਂ ਮੈਂਬਰ ਪਾਰਲੀਮੈਂਟ ਹੈ। ਹੋਰ ਛੱਡੋ, 7 ਸਾਲਾਂ ਦੀ ਪਾਰਲੀਮੈਂਟ ਦੀ ਸਪੀਚ ਕਢਾ ਕੇ ਦੇਖ ਲਓ। 7 ਸਾਲਾਂ 'ਚ ਕਿਤੇ ਉਹਨੇ ਇਹ ਕਿਹਾ ਹੋਵੇ ਕਿ ਮੇਰੇ ਹਲਕੇ 'ਚ ਕਿਸੇ ਨੂੰ, ਮੋਦੀ ਸਾਹਿਬ ਨੂੰ ਜਿਹੜੇ ਪ੍ਰਧਾਨ ਮੰਤਰੀ ਸੀ ਜਾਂ ਕੋਈ ਮਿਨਿਸਟਰ ਨੂੰ ਜਾ ਕੇ ਚਿੱਠੀ ਦਿੱਤੀ ਹੋਵੇ ਕਿ ਜੀ ਮੇਰੇ ਇਲਾਕੇ 'ਚ ਕੋਈ ਇੰਡਸਟਰੀ ਲਾ ਦਿਓ, ਮੇਰੇ ਹਲਕੇ 'ਚ ਕੋਈ ਯੂਨੀਵਰਸਿਟੀ ਬਣਾ ਦਿਓ, ਮੇਰੇ ਇਲਾਕੇ ਦੇ ਵਿੱਚ ਕੋਈ ਨਾ ਕੋਈ ਤੁਸੀਂ ਮੈਨੂੰ ਕੋਈ ਵੱਡਾ ਕੋਈ ਸੈਂਟਰ ਦੇ ਦਿਓ ਸਪੋਰਟਸ ਦਾ। ਗਰੰਟੀ ਕਰਦਾ ਮੈਂ ਦੇਣਦਾਰ ਹੋਊਂਗਾ, ਦਿਖਾ ਦਿਓ ਜੀ ਇੱਕ ਚਿੱਠੀ। ਕੰਮ ਤਾਂ ਦੂਰ ਦੀ ਗੱਲ ਹੈ। ਤੁਸੀਂ ਯਾਰ ਗੱਲਾਂ ਕਰਦੇ ਹੋ, ਬੋਲੀ ਜਾਂਦੇ ਹੋ। ਕੱਲਾ ਸਿਰਫ ਇੱਕ ਮਕਸਦ ਹੈ ਕਿ ਮੈਂ ਮੁੱਖ ਮੰਤਰੀ ਬਣਾ। 2 ਬੰਦੇ ਪੰਜਾਬ 'ਚ ਇਹੋ ਜਿਹੇ ਨੇ, ਇਹਨਾਂ ਲੋਕਾਂ ਨੇ ਭਾਸ਼ਾ, ਤਹਿਜ਼ੀਬ, ਸਤਕਾਰ ਜਿਹੜਾ ਖਤਮ ਕੀਤਾ। ਉਹ 'ਚ ਪਹਿਲਾ ਨੰਬਰ ਭਗਵੰਤ ਮਾਨ ਤੇ ਦੂਜਾ ਨਵਜੋਤ ਸਿੰਘ ਸਿੱਧੂ। ਭਗਵੰਤ ਮਾਨ ਦੀਆਂ ਤਾਂ ਉੱਥੇ ਸਪੀਚਾਂ ਆਪਾਂ ਦੇਖਦੇ ਹਾਂ ਪੰਜਾਬੀ 'ਚ ਭਾਸ਼ਣ ਦਿੰਦੇ ਰਹੇ ਆ ਜੀ। ਤੁਸੀਂ ਗੱਲ ਮੇਰੀ ਸੁਣੋ ਜੀ, ਮੇਰੇ ਬੰਨੇ ਦਾ ਭਰਾਵਾ ਉਰਦੂ 'ਚ ਦੇ ਕੰਮ ਕਰਦੇ, ਪੰਜਾਬ ਦਾ ਕੰਮ ਕਰਦੇ ਨਾ। ਪੰਜਾਬ ਲਈ ਕੀ ਕੀਤਾ? ਮੇਰੀ ਸੁਣੋ, ਇੱਥੇ 7 ਟ੍ਰੇਨਾਂ ਲੰਘਦੀਆਂ ਨੇ। ਆਹ ਸੁਨਾਮ ਸ਼ਹੀਦ ਆਦਮ ਸਰਦਾਰ ਊਧਮ ਸਿੰਘ ਦਾ ਸ਼ਹਿਰ ਹੈ, ਸ਼ਹੀਦ ਊਧਮ ਸਿੰਘ ਦਾ ਸ਼ਹਿਰ ਹੈ। ਉਹਨੂੰ ਪੁੱਛੋ ਵੀ ਕਿੱਦੇ ਕੌਮੀ ਦਰਜਾ ਸ਼ਹੀਦ ਨੂੰ ਦਬਾਉਣ ਵਾਸਤੇ ਕਿੱਦੇ ਪਾਰਲੀਮੈਂਟ 'ਚ ਬੋਲਿਆ ਜਾਂ ਕਿੱਦੇ ਚਿੱਠੀ ਲਿਖੀ ਹੈ। 7 ਟ੍ਰੇਨ ਲੰਘਦੀਆਂ ਨੇ ਸੁਨਾਮ 'ਚੋਂ, ਨੈਸ਼ਨਲ ਲੈਵਲ ਦੀਆਂ। 7 'ਚੋਂ ਇੱਕ ਵੀ ਨਹੀਂ ਰੁਕਦੀ। ਆਹ ਸੰਗਰੂਰ 'ਚ ਜਿਹੜੀ ਹੈ ਇੱਕ ਟ੍ਰੇਨ ਰੁਕਦੀ ਹੈ ਰਾਤ ਨੂੰ ਬੀਕਾਨੇਰ। ਕਿੰਨੀਆਂ ਟ੍ਰੇਨਾਂ ਰੋਕੀਆਂ ਨੇ, ਕਿੰਨੀਆਂ ਟ੍ਰੇਨਾਂ ਵਾਸਤੇ ਕੰਮ ਕੀਤਾ। ਤੁਹਾਡੀ ਤਾਂ ਭਾਈਵਾਲ ਸੀਗੀ ਫਿਰ ਭਾਜਪਾ ਦੇ ਨਾਲ, ਫਿਰ ਤੁਸੀਂ ਅਸੀਂ ਤਾਂ ਮੈਂ ਤਾਂ ਕਹਿ ਰਿਹਾ, ਮੈਂ ਜਿਹੜਾ ਮੈਂਬਰ ਪਾਰਲੀਮੈਂਟ ਦੀ ਗੱਲ ਕਰਦਾ, ਜਿਹੜਾ ਅਸੀਂ ਕਰਨਾ ਉਹ ਤਾਂ ਅਸੀਂ ਤਾਂ ਕਰ ਹੀ ਰਹੇ। ਸਾਡੇ ਮੇਰੀ ਸੁਣੋ, ਪਿਛਲੇ 5 ਸਾਲ ਹੋ ਗਏ ਸਰਕਾਰ ਕਾਂਗਰਸ ਦੀ ਹੈ, ਵਿਰੋਧ ਸਰਦਾਰ ਸੁਖਬੀਰ ਸਿੰਘ ਬਾਦਲ ਦਾ। ਕਿਉਂ ਵੀ ਮਿਲੀ ਭੁਗਤ ਹੈ। ਮੈਂ ਕਹਿੰਦਾ ਸਾਡੀ ਸਰਕਾਰ ਹੋਵੇ, ਸਾਡੇ ਤੇ ਉਂਗਲੀ ਚੱਕੋ। ਸਰਕਾਰ ਕਾਂਗਰਸ ਦੀ 5 ਸਾਲਾਂ 'ਚ ਵਿਰੋਧ ਇੱਕੋ ਬੰਦੇ ਦਾ, ਸੁਖਬੀਰ ਸਿੰਘ ਬਾਦਲ ਦਾ। ਕਿਉਂ ਹੈ? ਕਿਉਂ? ਉਹਦਾ ਰੀਜ਼ਨ ਹੈ, ਉਹਨਾਂ ਨੂੰ ਇਹ ਹੈ ਕਿ ਖੇਤਰੀ ਪਾਰਟੀ ਇੱਕੋ ਇੱਕ ਹੈ ਪੰਜਾਬ ਦੀ। ਬਾਕੀ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਨੈਸ਼ਨਲ ਨੇ, ਬਾਕੀ ਸਾਰੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਨੇ। ਉਹਨਾਂ ਦਾ ਇੱਕੋ ਇੱਕ ਮਕਸਦ ਹੈ। ਮੈਂ ਇੱਥੇ ਗੱਲ ਕਰਨੀ ਚਾਹੁੰਦਾ ਸਾਰਿਆਂ ਨੂੰ,
ਜਦੋਂ ਵੀ ਕਿਤੇ ਸਟੇਟ ਇਸ਼ੂ ਆਉਂਦਾ ਹੈ, ਜਿੱਥੇ ਵੀ ਕਿਤੇ ਸਟੇਟ ਇਸ਼ੂ ਆਉਂਦਾ ਹੈ, ਉਹ ਸਟੇਟ ਇਸ਼ੂ ਦੇ ਵਿੱਚ ਜਦੋਂ ਕਿਤੇ ਸਟੈਂਡ ਲੈਣ ਦੀ ਗੱਲ ਹੋਊਗੀ, ਕੌਣ ਲਊਗਾ? ਖੇਤਰੀ ਪਾਰਟੀ ਲਊਗੀ। ਸਾਰੀਆਂ ਨੈਸ਼ਨਲ ਪਾਰਟੀਆਂ ਜਿਹੜੀਆਂ ਆਉਂਦੀਆਂ ਨੇ ਉੱਥੇ ਜਾ ਕੇ ਉਹਨਾਂ ਨੇ ਗੱਲ ਨੈਸ਼ਨਲ ਲੈਵਲ ਦੀ ਕਰਨੀ ਹੈ, ਪਰ ਜਿਹੜੀਆਂ ਸਟੇਟ ਪਾਰਟੀਆਂ ਨੇ ਉਹਨੇ ਸਿਰਫ ਸਟੇਟ ਦੀ ਗੱਲ ਕਰ। ਸਾਡੀ ਸਿਆਸਤ ਹੀ ਪੰਜਾਬ 'ਚ ਹੈ, ਸਾਡਾ ਕੰਮ ਹੀ ਪੰਜਾਬ 'ਚ ਹੈ। ਜਿੰਨੀਆਂ ਅੱਜ ਤੱਕ ਸਕੀਮਾਂ ਨੇ, ਜਿੰਨੇ ਸਕੀਮਾਂ ਛੱਡੋ ਜਿਹੜੀਆਂ ਤਾਂ ਗਰੀਬ ਪਰਿਵਾਰ ਨੂੰ, ਬਹੁਜਨ ਸਮਾਜ ਨੂੰ ਜਿਹਨੂੰ ਦੇਣੀਆਂ ਨੇ, ਉਹ ਤਾਂ ਸਾਡੀ ਜ਼ਿੰਮੇਵਾਰੀ ਹੈ। ਜਿੰਨੀਆਂ ਅੱਜ ਸ਼ਹੀਦਾਂ ਦੀਆਂ ਯਾਦਗਾਰਾਂ ਨੇ, ਕਿਹਦੇ ਟਾਈਮ 'ਚ ਬਣੀਆਂ ਨੇ? ਕਢਾ ਕੇ ਰਿਕਾਰਡ ਦੇਖੋ। 95% ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ। ਪੰਜਾਬ ਦੀਆਂ ਜਿੰਨੀਆਂ ਅਨਾਜ ਮੰਡੀਆਂ ਨੇ, 95% ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ 'ਚ। ਪੰਜਾਬ ਦੇ ਜਿੰਨੇ ਫੋਕਲ ਪੁਆਇੰਟ ਨੇ ਇੰਡਸਟਰੀ ਲਈ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ 'ਚ। 25 ਸਾਲਾਂ ਤੇ 70 ਸਾਲਾਂ ਦਾ ਡਿਫਰੈਂਸ ਹੀ ਨਹੀਂ ਹੈ। ਫਿਰ ਸੁਖਬੀਰ ਬਾਦਲ ਹੋਰੇ, ਬੀਬਾ ਹਰਸਿਮਰਤ ਕੌਰ ਬਾਦਲ ਵੀ ਐਮਪੀ ਨੇ। ਫਿਰ ਜੇ ਤੁਸੀਂ ਕਹਿੰਦੇ ਹੋ ਖੇਤਰੀ ਪਾਰਟੀ ਹੀ ਮੁੱਦੇ ਚੱਕ ਸਕਦੀ ਸਟੇਟ ਦੇ, ਤਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਹੁਣ ਤੱਕ ਕਿਉਂ ਨਹੀਂ ਇਸ਼ੂ ਹੈ? ਕਿੰਨੇ ਵਾਰੀ ਗੱਲ ਹੋਈ ਹੈ? ਕਿੰਨੇ ਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ, ਕਿੰਨੇ ਵਾਰ ਈਵਨ ਜਗਤਾਰ ਸਿੰਘ ਜਿਹੜੇ ਇਹਦੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਵਾਸਤੇ ਵੀ ਆਪਣੀ ਗੱਲ ਹੋਈ ਹੈ। ਕਿੰਨੀਆਂ ਪਿਛਲੀਆਂ ਸਾਰੇ ਰਿਕਾਰਡਸ ਕੱਢੋ, ਕਿਉਂ ਨਹੀਂ ਕਰਦੇ? ਹਮੇਸ਼ਾ ਗੱਲ ਕਰਦੇ ਆ। ਠੀਕ ਹੈ, ਕੇਂਦਰ ਤੇ ਜਦੋਂ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਤੇ ਕਈ ਸਿੰਘ ਜਿਹੜੇ ਰਿਹਾ ਵੀ ਹੋਏ, ਵਿੱਚੋਂ ਪਿੱਛੇ ਹੋਏ ਤੇ ਕਈ ਨਹੀਂ ਹੋਏ, ਉਹਦੇ ਵਾਸਤੇ ਜਦੋਂ ਰਾਜਨਾਥ ਸਿੰਘ ਜਦੋਂ ਗ੍ਰਹਿ ਮੰਤਰੀ ਸੀ ਉਦੋਂ ਵੀ ਗੱਲ ਹੋਈ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਬਕਾਇਦਾ ਚਿੱਠੀਆਂ ਤੇ ਰਿਕਾਰਡ ਵੀ ਨੇ। ਠੀਕ ਹੈ, ਕਿਤੇ ਜੇ ਨਹੀਂ ਕੀਤਾ, ਜੇ ਕੇਂਦਰ ਨੇ ਨਹੀਂ ਕੀਤਾ ਤਾਂ ਗਲਤੀ ਉਹਨਾਂ ਦਾ ਕਸੂਰ ਹੈ, ਉਹਨਾਂ ਦਾ ਕਸੂਰ ਹੈ। ਪਰ ਸਾਡੇ ਵੱਲੋਂ ਕੋਈ ਕਮੀ ਹੈ ਤਾਂ ਦੱਸੋ ਵੀ ਅਸੀਂ ਕੋਈ ਮੁੱਦਾ ਨਹੀਂ ਚੱਕਿਆ। ਮੈਂ ਇਹ ਨਹੀਂ ਗੱਲ ਕਹਿੰਦਾ, ਮੁੱਦਾ ਚੱਕਣਾ ਦੇਖੋ ਸੈਂਟਰ ਦਾ ਪ੍ਰੋਰੋਗੇਟਿਵ ਹੈ, ਪੰਜਾਬ ਦਾ, ਸਟੇਟ ਦਾ ਇੱਕ ਅਲੱਗ ਪ੍ਰੋਰੋਗੇਟਿਵ ਹੈ। ਮੈਂ ਦੋਨਾਂ ਚੀਜ਼ਾਂ ਤੇ ਇੱਕ ਗੱਲ ਕਹਿਣਾ ਕਿ ਦੋਨਾਂ ਦਾ ਅਲੱਗ-ਅਲੱਗ ਇੱਕ ਇਸ਼ੂ ਹੈ। ਅਸੀਂ ਇੱਕ ਇਸ਼ੂ ਚੱਕ ਸਕਦਾ ਸਾਡੇ ਕਰਨ 'ਚ ਹੋਵੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਅੱਜ ਤੱਕ ਜ਼ਿੰਦਗੀ 'ਚ ਹਮੇਸ਼ਾ ਕਿਹਾ ਜੋ ਮੈਂ ਕਰ ਸਕਦਾ ਹਾਂ ਮੈਂ ਕਰਕੇ ਦਊਂਗਾ, ਤੇ ਕੀਤਾ ਵੀ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵੀ ਕੀਤਾ। ਠੀਕ ਹੈ, ਕਿਤੇ ਜੇ ਨਹੀਂ, ਹੁਣ ਕੇਂਦਰ, ਤੁਸੀਂ ਖੇਤੀ ਕਾਨੂੰਨਾਂ ਤੇ ਆਪਾਂ ਗੱਲ ਕਰਦੇ ਸੀ, ਬਹੁਤ ਸਾਡੇ ਦੇਸ਼ 'ਚ ਤੇ ਉਹ ਉਂਗਲਾਂ ਲੱਗੀਆਂ। ਜਦੋਂ ਸਾਨੂੰ ਕੇਂਦਰ ਨੇ ਇਹ ਗੱਲ ਕਹੀ ਕਿ ਭਾਈ ਅਸੀਂ ਆਹ ਕਾਨੂੰਨ ਜਿਹੜੇ ਨੇ ਜਿਵੇਂ ਤੁਸੀਂ ਕਹੋਗੇ ਉਵੇਂ ਕਰਾਂਗੇ। ਹੁਣ ਮੈਂ ਤੁਹਾਡੇ ਨਾਲ ਜਗਦੀਪ ਵੀਰ ਆਪਾਂ ਇਕੱਠੇ ਹਾਂ, ਸਾਡਾ ਇੱਕ ਸਾਂਝ ਪੈ ਗਈ। ਮੰਨ ਲਓ ਮੈਂ ਕਹਤਾ ਯਾਰ ਜਗਦੀਪ ਵੀਰ ਮੈਂ ਆਹ ਕਰਕੇ ਦਊਂਗਾ, ਤੁਸੀਂ ਕਹੋਗੇ ਠੀਕ ਹੈ ਬਾਈ ਤੂੰ, ਮੈਂ ਮੰਨਦਾ। ਪਰ ਜਦੋਂ ਤੁਸੀਂ ਅਖੀਰ ਤੇ ਆ ਕੇ ਮੈਂ ਮੁੱਕਰ ਜਾ ਤੇ ਫਿਰ ਕੀ ਕਰੋਗੇ ਤੁਸੀਂ? ਸੋ ਕੇਂਦਰ ਨੇ ਇਹੀ ਕੀਤਾ ਸਾਡੇ ਨਾਲ। ਅਖੀਰਲੇ ਟਾਈਮ ਤੱਕ ਸਾਨੂੰ ਇਹ ਭਰੋਸੇ 'ਚ ਰੱਖਿਆ, ਨਹੀਂ ਜੀ ਤੁਸੀਂ ਇਹ ਖੇਤੀ ਕਾਨੂੰਨਾਂ ਬਾਰੇ ਬੋਲੋ, ਬਹੁਤ ਚੰਗੇ ਨੇ। ਅਸੀਂ ਫਿਰ ਤੁਹਾਡੀ ਪਾਰਟੀ ਦੇ ਨਾਲੋਂ ਤਜਰਬੇਕਾਰ ਤਾਂ ਕਿਸਾਨ ਹੋ ਗਏ ਨਾ ਜੀ, ਜਿਹੜੇ ਪਹਿਲਾਂ ਹੀ ਸਮਝ ਗਏ ਬਈ ਇਹਦੇ 'ਚ ਦਾਲ 'ਚ ਕਾਲਾ, ਤੇ ਤੁਸੀਂ ਇੰਨੀ ਦੇਰ ਤੱਕ ਉਹਨਾਂ ਦੀਆਂ ਗੱਲਾਂ ਦੇ ਵਿੱਚ ਰਹੇ ਜੀ। ਹਾਂ, ਹੁਣ ਇਹ ਸਵਾਲ ਆਇਆ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ। ਮੈਂ ਇੱਕ ਬੇਨਤੀ ਕਰੂੰਗਾ, ਉਹਨਾਂ ਦੀ ਫੇਸਬੁੱਕ ਤੇ ਉਹਨਾਂ ਦਾ ਟਵਿੱਟਰ, ਮਈ ਮਹੀਨੇ ਤੋਂ, ਦਸੰਬਰ 'ਚ ਆਪਾਂ ਨਵੰਬਰ 'ਚ ਦਿੱਲੀ ਗਿਆ ਨਾ, ਤੁਸੀਂ April May ਤੋਂ ਉਹਦਾ ਵਾਚ ਕਰਿਓ ਕਦੇ। ਕਿਸਾਨ ਜਥੇਬੰਦੀਆਂ ਨਾਲ ਘੱਟੋ ਘੱਟ 8-10 ਮੀਟਿੰਗਾਂ ਦੀ, ਉਹਨਾਂ ਦੀ ਪ੍ਰੋਪਰ ਜਿਹੜੇ ਦਿਨ ਮੀਟਿੰਗ ਹੋਈ ਵਿਦ ਫੋਟੋਜ਼ ਪਾਈਆਂ ਹੋਈਆਂ ਨੇ। ਉੱਥੇ ਬਕਾਇਦਾ ਹਰ ਫੋਟੋ ਤੇ ਹਰ ਟਵੀਟ ਤੇ ਲਿਖਿਆ ਕਿ ਮੈਂ ਕਿਸਾਨਾਂ ਦੀ ਮੰਗ ਨੂੰ, ਜੋ ਕਿਸਾਨਾਂ ਨੇ ਕਿਹਾ, ਇਹਨਾਂ ਦੀ ਮੰਗ ਨੂੰ ਲੈ ਕੇ ਮੈਂ ਦਿੱਲੀ ਗਿਆ, ਦਿੱਲੀ ਜਾ ਰਿਹਾ। ਉਹਨਾਂ ਨਾਲ ਗੱਲ ਕੀਤੀ, ਜੋ ਉਹਨਾਂ ਨੇ ਜਵਾਬ ਦਿੱਤਾ ਉਹਨਾਂ ਨੂੰ ਕਿਹਾ, ਚਾਹੇ ਉਹ ਚਿੱਠੀ ਇਸ਼ੂ ਕਰਾਈ ਜਾਂ ਜੋ ਵੀ ਕਰਦੇ ਰਹੇ, ਕਹਿੰਦੇ ਰਹੇ। ਉਹਨਾਂ ਨੇ ਕਿਹਾ, ਅਖੀਰ 'ਚ ਕਿਸਾਨਾਂ ਨੇ ਕਿਹਾ ਕਿ ਨਹੀਂ ਇਹ ਕਾਨੂੰਨ ਸਾਨੂੰ ਵਾਪਸ ਹੋਣੇ ਚਾਹੀਦੇ। ਤਾਂ ਇੱਥੇ ਜਦੋਂ ਬੀਬਾ ਨੇ ਅਖੀਰ 'ਚ ਪਾਰਲੀਮੈਂਟ 'ਚ ਪੇਸ਼ ਹੋਣਾ ਸੀ, ਉਦੋਂ ਪਹਿਲਾਂ ਇਹ ਜਾ ਕੇ ਕਿਹਾ ਕਿ ਇਹਨੂੰ ਨਹੀਂ ਪਾਰਲੀਮੈਂਟ 'ਚ ਲਿਆਉਣਾ ਚਾਹੀਦਾ। ਜੇ ਉਹਨਾਂ ਨੇ ਕਿਹਾ ਕਿ ਨਹੀਂ ਸਵੇਰੇ ਆਊਗਾ ਤਾਂ ਅਸੀਂ ਅਸਤੀਫਾ ਦੇਤਾ। ਅਸੀਂ ਆਪਦੀ ਅਖੀਰਲੀ ਵਾਹ ਲਾਈ। ਅਸੀਂ ਦੇਖੋ ਸਾਡਾ ਭਾਈਵਾਲ ਹੈ, ਗੱਠਜੋੜ ਸੀ, ਬਹੁਤ ਸਾਲ ਪੁਰਾਣਾ ਸੀ। ਅਨਡਾਊਟਲੀ ਕੋਈ ਮਰਜ਼ੀ ਕੁਛ ਪਾਰਟੀ ਕਹੀ ਜਾਵੇ, ਸੈਂਟਰ ਨਾਲ ਕਿਤੇ ਨਾ ਕਿਤੇ ਤੁਹਾਨੂੰ ਜ਼ਰੂਰਤ ਪੈਣੀ ਹੈ, ਕਿਉਂਕਿ ਜਿਹੜਾ ਅੱਜ ਦਾ ਸਟਰਕਚਰ ਹੈ, ਜਿਹੜਾ ਸਾਡਾ ਡੈਮੋਕ੍ਰੈਟਿਕ ਜਾਂ ਸਾਡਾ ਫੈਡਰਲ ਢਾਂਚਾ ਜਿਹੜਾ ਨਾ, ਉਹ ਢਾਂਚੇ ਦੇ ਵਿੱਚ ਕੇਂਦਰ ਤੋਂ ਪੈਸਾ ਲੈਣਾ ਸਾਡੀ ਸਟੇਟਾਂ ਦੀ ਮਜਬੂਰੀ ਬਣੀ ਪਈ ਹੈ। ਇਸੇ ਕਰਕੇ ਤਾਂ ਕਹਿੰਦੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਕਿ ਸਟੇਟਾਂ ਨੂੰ ਇੰਡੀਪੈਂਡੈਂਟ ਅਧਿਕਾਰ ਦਿਓ ਜਿਹੜੇ ਨੇ। ਉਹ ਜੇ ਉੱਥੋਂ ਕੁਝ ਪੈਸਾ ਆਉਣਾ ਜਾਂ ਫੰਡਿੰਗ ਆਈ ਹੈ, ਉਹ ਚੀਜ਼ਾਂ ਦੇ ਵਾਸਤੇ ਸਾਨੂੰ ਕਿਸੇ ਨਾ ਕਿਸੇ ਨਾਲ, ਅਸੀਂ ਕਾਂਗਰਸ ਨਾਲ ਜਾ ਨਹੀਂ ਸਕਦੇ, ਭਾਈਵਾਲ ਹੋ ਨਹੀਂ ਸਕਦੀ ਸਾਡੀ, ਕਿਉਂਕਿ ਸਾਡੇ ਨਾਲ ਸਭ ਨੂੰ ਪਤਾ ਪੰਜਾਬ ਨਾਲ ਕੀ ਕੀਤਾ। ਲੈ ਦੇ ਕੇ ਕਿਹੜੀ ਪਾਰਟੀ ਹੈ ਦੂਜੀ? ਬੀਜੇਪੀ। ਕਿਹਦੇ ਕੋਲੇ ਜਾਵਾਂਗੇ? ਕਾਂਗਰਸ ਨਾਲ ਭਾਈਵਾਲ ਹੋ ਨਹੀਂ ਸਕਦੀ, ਪਰ ਕਾਂਗਰਸ ਦਾ ਕੋਈ ਛੱਡ ਕੇ ਤੁਹਾਡੇ 'ਚ ਜ਼ਰੂਰ ਆ ਸਕਦਾ ਜੀ। ਬਿਲਕੁਲ। ਇਹਦੇ 'ਚ ਕੀ ਹੈ ਦੇਖੋ, ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਕੀ ਹੈ, ਮੈਂ ਤੁਹਾਨੂੰ ਪਹਿਲਾਂ ਕਿਹਾ ਆਮ ਆਦਮੀ ਪਾਰਟੀ 56 ਚਲੇ ਗਏ। ਅਸੀਂ ਤਾਂ ਇਹ ਕਿਹਾ, ਆਮ ਆਦਮੀ ਪਾਰਟੀ ਨੇ ਤਾਂ ਇਹ ਕਿਹਾ ਸੀ ਨਾ ਵੀ ਅਸੀਂ ਜੀ ਕਿਸੇ ਪਾਰਟੀ ਵਾਲੇ ਨੂੰ ਲੈਂਦੇ ਹੀ ਨਹੀਂ, ਅਸੀਂ ਤਾਂ ਆਮ ਬੰਦਿਆਂ ਨੂੰ ਟਿਕਟਾਂ ਦੇਵਾਂਗੇ। ਹੁਣ ਜਿਹੜੀ ਪੋਲੀਟੀਕਲ ਸਿਸਟਮ 'ਚ ਹੈ, ਸਾਡੇ ਵਾਲੇ ਵੀ ਛੱਡ ਕੇ ਜਾਂਦੇ ਨੇ ਤੇ ਉਹਨਾਂ ਵਾਲੇ ਛੱਡ ਕੇ ਵੀ ਆਉਂਦੇ ਨੇ। ਹਰ ਬੰਦੇ ਨੂੰ ਕਿਤੇ ਇਹੀ ਡੈਮੋਕ੍ਰੇਸੀ ਦੀ ਗ੍ਰੇਸ ਹੈ ਕਿ ਤੁਹਾਨੂੰ ਨਹੀਂ ਚੀਜ਼ ਚੰਗੀ ਲੱਗਦੀ ਤਾਂ ਤੁਸੀਂ ਛੱਡ ਕੇ ਕਿਤੇ ਦੂਜੀ ਜਗ੍ਹਾ ਕੰਮ ਕਰ ਸਕਦੇ ਹੋ। ਬਟ ਜਿਹੜਾ ਮੈਂ ਇੱਕ ਚੀਜ਼ ਕਹਿਣਾ, ਜਿਹੜਾ ਬੰਦਾ ਜ਼ਿੰਦਗੀ 'ਚ ਸਟੈਂਡ ਰੱਖਦਾ ਨਾ ਜਗਦੀਪ ਵੀਰ, ਉਹ ਜ਼ਿੰਦਗੀ 'ਚ ਹਮੇਸ਼ਾ ਕਾਮਯਾਬ ਹੁੰਦਾ। ਮੈਂ 25 ਸਾਲ ਹੋ ਗਏ ਇੱਕੋ ਪਾਰਟੀ ਦਾ, ਮੈਂ ਜ਼ਿੰਦਗੀ 'ਚ ਕਦੇ ਲਾਲਚ ਕਰਕੇ ਰਾਜਨੀਤੀ ਨਹੀਂ ਕੀਤੀ, ਨਾ ਕਦੇ ਇੱਛਾ ਰੱਖ ਕੇ ਕੀਤੀ ਹੈ। ਮੈਂ ਕਹਿੰਦਾ ਜੋ ਮੈਨੂੰ ਪਾਰਟੀ 'ਚ ਮਿਲਦਾ, ਜੋ ਪਾਰਟੀ ਮੈਨੂੰ ਮਾਨ ਸਤਿਕਾਰ ਦਿੰਦੀ ਹੈ, ਉਹ ਮੇਰੇ ਲਈ ਬਹੁਤ ਵੱਡਾ ਹੈ। ਮੈਂ ਵਰਕਰ ਹਾਂ, ਅੱਜ ਵੀ ਵਰਕਰ ਹਾਂ, ਅੱਗੇ ਵੀ ਵਰਕਰ ਹੀ ਰਹਿਣਾ ਹੈ।
ਮੈਂ ਇੱਕ ਵਰਕਰ ਦੇ ਤੌਰ ਤੇ ਪਾਰਟੀ ਨੇ ਮੈਨੂੰ ਟਿਕਟ ਦਿੱਤੀ ਹੈ ਸੰਗਰੂਰ ਤੋਂ, ਤੇ ਮੈਨੂੰ ਬਹੁਤ ਵੱਡਾ ਮਾਣ ਦਿੱਤਾ ਹੈ। 100 ਸਾਲ ਪੁਰਾਣੀ ਪਾਰਟੀ ਹੈ, ਇਹ ਤੋਂ ਵੱਡਾ ਕੀ ਦੇ ਸਕਦੀ ਹੈ। ਤੇ ਬਹੁਤ ਸਾਰੇ ਜਿਹੜੇ ਜਦੋਂ ਗੱਲ ਆਉਂਦੀ ਹੈ ਜੀ ਨਾ, ਮੈਂ ਬਰਿੰਦਰ ਢਿੱਲੋਂ ਨਾਲ ਵੀ ਗੱਲ ਕਰ ਰਿਹਾ ਸੀਗਾ ਕੱਲ, ਤੇ ਉਹਨਾਂ ਨੇ ਇਹ ਕਿਹਾ, ਕਹਿੰਦੇ ਵੀ ਜਿਹੜੀ ਹੈਗੀ ਆ, ਅਸੀਂ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ 4.5 ਸਾਲ ਬਾਅਦ ਉਹਨਾਂ ਨੇ ਕੰਮ ਨਹੀਂ ਕੀਤਾ, ਅਸੀਂ ਲਾਹਤਿਆ। ਤੇ ਕਹਿੰਦੇ ਅਕਾਲੀ ਦਲ ਦੇ ਜਿਹੜੇ ਨਾਲ ਦੇ ਉਮੀਦਵਾਰ ਆ, ਜਿਹੜੇ ਸੁਖਬੀਰ ਬਾਦਲ ਜੀ ਨੂੰ ਕਹਿੰਦੇ ਵੀ ਵਾਹ ਜੀ ਵਾਹ, ਉਹ ਤਾਂ ਬਹੁਤ ਹੀ ਕਮਾਲ ਹੈ, ਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਦੇ ਉਹਦੇ ਤੋਂ ਲਾਉਣ ਦੇ ਲਈ ਸਮਰੱਥਾ ਰੱਖਦੇ ਹੋ ਜੀ। ਜਗਦੀਪ ਵੀਰ, ਗੱਲ ਇਹ ਹੈ, ਲਾਉਣ ਦੀ ਉਹਨੂੰ ਲੋੜ ਪੈਂਦੀ ਹੈ ਜਿਹੜਾ ਨਾਕਾਮਯਾਬ ਤੇ ਨਕਾਰਾ ਬੰਦਾ ਹੋਵੇ, ਤਾਂ ਜਿਹਦੇ ਮੋਢਿਆਂ ਤੇ ਤੁਸੀਂ ਸਾਰੀ ਪੰਡ ਬੰਨ੍ਹ ਕੇ ਆਪਦੀਆਂ ਨਾਕਾਮੀਆਂ ਸਰਕਾਰ ਤੋਂ ਬਾਹਰ 15 ਸੀਟਾਂ ਤੇ ਆਉਣਾ, MP 2 ਜਾਣੇ ਜੀ, ਉਹਨੂੰ ਕਾਮਯਾਬੀ ਮੰਨਦੇ। ਉਹੀ ਪ੍ਰਧਾਨ ਸੀ ਜਿਹਨੇ 2 ਵਾਰ ਸਰਕਾਰ ਵੀ ਬਣਾਈ ਹੈ, ਹਿਸਟਰੀ ਬਣਾਈ ਸੀ। ਉਹੀ ਪਾਰਟੀ ਪ੍ਰਧਾਨ ਹੈ ਨਾ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਸਾਰੇ ਸੋਲੇ ਗਾਉਂਦੇ ਸੀ ਕਿ ਜੀ ਇਹ ਦੇਖੋ ਜੀ, ਸੁਖਬੀਰ ਸਿੰਘ ਬਾਦਲ ਸਾਹਿਬ ਦੀ ਪਲੈਨਿੰਗ ਹੈ, ਜਿਹਦੇ ਕਰਕੇ ਉਹਨਾਂ ਦੇ ਕੰਮ ਨੇ, ਜਿਹਦੇ ਕਰਕੇ ਸਰਕਾਰ ਰਿਪੀਟ ਹੋ ਗਈ। ਹੋਈ ਨਾ 2012 'ਚ, ਇਹ ਵੀ ਉਹਦੀ ਕਾਬਲੀਅਤ ਸੀ। ਜੇ ਕਿਤੇ ਕੋਈ ਕਮੀ ਰਹੀ ਹੈ, ਕਮੀ 'ਚ ਯੂਨੈਨੀਮਸਲੀ ਜੇ ਅਸੀਂ ਉਦੋਂ ਵੀ ਸੁਖਬੀਰ ਜੀ ਨੇ ਕਿਹਾ ਸੀ ਕਿ ਮੈਂ ਇਕੱਲਾ ਨਹੀਂ ਹਾਂ, ਮੇਰੀ ਟੀਮ ਹੈ, ਪਾਰਟੀ ਜਿੱਤੀ ਹੈ। ਜੇ ਦੁਬਾਰੇ ਹਾਰੀ ਹੈ ਤਾਂ ਉਦੋਂ ਪਾਰਟੀ ਹਾਰੀ ਹੈ। ਹੁਣ ਅਗਲੀ ਗੱਲ ਜਿਹੜੀ ਕਹਿੰਦੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ, 4.5 ਸਾਲ ਸਾਰਿਆਂ ਨੇ ਲੁੱਟ ਪੁੱਟ ਕੇ ਐਨ ਵਧੀਆ ਖਾ ਕੇ ਤਸੱਲੀ ਕਰਕੇ, 4.5 ਸਾਲਾਂ ਬਾਅਦ ਸਾਰੀਆਂ ਗੰਦਮੰਦ ਦੀ ਪੰਡ ਜਿਹੜੀ ਆ ਨਾ, ਕਹਿੰਦੇ ਵੀ ਆਪਦੀਆਂ ਸਾਰੀਆਂ ਨਾਕਾਮੀਆਂ ਨਾਕਾਮਯਾਬੀਆਂ ਜਿਹੜੀਆਂ ਵਾਅਦੇ ਪੂਰੇ ਨਹੀਂ ਕੀਤੇ, ਉਹ ਪੰਡ ਭਰ ਕੇ ਕੈਪਟਨ ਅਮਰਿੰਦਰ ਸਿੰਘ ਦੇ ਮੋਢਿਆਂ ਤੇ ਸਿਰ ਤੇ ਰੱਖਤੀ, ਤੇ ਉਹਨੂੰ ਕਿਹਾ ਵੀ ਚੱਲ ਵੀ ਭਾਈ ਹੁਣ ਤੋਂ ਬਾਹਰ। ਇਹ ਪਲੈਨਿੰਗ ਦਾ ਇੱਕ ਹਿੱਸਾ ਸੀ ਕਾਂਗਰਸ ਦਾ। ਹੁਣ ਕੀ ਕਹਿੰਦੇ, ਸਾਡੀ 111 ਦਿਨ ਦੀ ਸਰਕਾਰ ਜੀ, ਹੁਣ ਅਸੀਂ ਨਵੀਂ ਕਰ ਦਾਂਗੇ, ਬਹੁਤ ਕੁਝ ਕਰ ਦਾਂਗੇ। ਵੀ 4.5 ਸਾਲ ਜਿਹੜਿਆਂ ਕੋਲ ਇੰਡੀਪੈਂਡੈਂਟ ਚਾਰਜ ਸੀ, ਉਹਨਾਂ ਨੇ ਕੀ ਕਰਤਾ? 4.5 ਸਾਲਾਂ 'ਚ ਜਿਹੜੇ ਬੰਦੇ ਤੁਸੀਂ ਗਾਪੀ ਐਡੇ ਛੱਡ ਰਹੇ ਹੋ, 55 ਲੱਖ ਨੌਕਰੀ, 74 ਸਾਲਾਂ 'ਚ 6.5 ਲੱਖ ਨੌਕਰੀ ਹੈ ਸਰਕਾਰੀ, 5 ਸਾਲਾਂ 'ਚ 55 ਲੱਖ ਕਿੱਥੋਂ ਮਿਲ ਜੂਗੀ? ਸੋ ਇਹ ਚੀਜ਼ਾਂ ਜਿਹੜੀਆਂ ਨੇ, ਉਹਨਾਂ ਨੂੰ ਪਤਾ ਸੀ ਕਿ ਅਸੀਂ ਝੂਠ ਬੋਲਿਆ, ਉਹਨਾਂ ਕੋਲੇ ਮੌਕਾ ਨਹੀਂ ਸੀ ਕਿ ਅਸੀਂ ਜਾਈਏ ਕਿਵੇਂ। ਸਾਰਿਆਂ ਨੇ ਇਕੱਠੇ ਹੋ ਕੇ ਪਲੈਨਿੰਗ ਕੀਤੀ, ਉਹਨਾਂ ਦਾ ਪੀਕੇ ਸ਼ੀਕੇ ਜਿਹੜੇ ਨੇ, ਉਹਨਾਂ ਨੇ ਪਲੈਨਿੰਗ ਕਰਕੇ ਇੱਕੋ ਕੰਮ ਕੀਤਾ ਵੀ ਹੁਣ ਕੀ ਹੋ ਸਕਦਾ, ਹੁਣ ਇੱਕ ਕੰਮ ਕਰੀਏ। ਸਿੱਧੂ ਨੂੰ ਇਹ ਕੁਰਸੀ ਦਾ ਸੀ ਕਿ ਮੈਨੂੰ ਕੁਰਸੀ ਮਿਲ ਜੇ, ਇਕੱਠਾ ਕੀਤਾ, ਸਾਰੀ ਪੰਡ ਬੰਨੀ, ਕੈਪਟਨ ਅਮਰਿੰਦਰ ਸਿੰਘ ਦੇ ਮੋਢਿਆਂ ਤੇ ਰੱਖੀ, ਉਹਨਾਂ ਨੂੰ ਕਿਹਾ ਜੀ ਸਤਿ ਸ਼੍ਰੀ ਅਕਾਲ, ਤੁਸੀਂ ਜਾਓ, ਹੁਣ ਅਗਲੀ ਅਸੀਂ ਰਾਜਨੀਤੀ ਅਸੀਂ ਚਲਾਵਾਂਗੇ। ਆਹ ਕੀਤਾ। ਹੋਰ ਵਰਿੰਦਰ ਢਿੱਲੋਂ ਸਾਹਿਬ ਨੂੰ ਵੀ ਕਹੋ ਵੀ ਇਹੋ ਜਿਹਾ ਕੁਛ ਨਹੀਂ ਹੈ ਜਿਹੜਾ ਤੁਸੀਂ ਕਹੋਗੇ ਬਾਹਰ ਦਾ ਰਸਤਾ ਦਿਖਾਦਾ। ਬਾਹਰ ਦਾ ਰਸਤਾ ਇਸ ਲਈ ਦਿਖਾਇਆ ਕਿ ਅਸੀਂ ਦੁਬਾਰੇ ਲੋਕਾਂ 'ਚ ਜਾਣ ਜੋਗੇ ਮੂੰਹ ਦਿਖਾ ਲਈਏ, ਅਦਰਵਾਈਜ਼ ਹੋਰ ਕੋਈ ਫਰਕ ਨਹੀਂ ਹੈ। ਜਦੋਂ ਵੀ ਗੱਲ ਕਾਂਗਰਸ ਦੀ ਹੁੰਦੀ ਹੈ ਤਾਂ ਕਾਂਗਰਸੀਆਂ ਨਾਲ ਅਸੀਂ ਕਰਦੇ ਹਾਂ, ਉਹਨਾਂ ਨੂੰ 84 ਦੇ ਮਸਲੇ ਦੀ ਗੱਲ ਕਰਦੇ ਹਾਂ, ਤੁਹਾਡਾ ਜ਼ਿਕਰ ਕਰਦੇ ਹਾਂ ਵੀ ਅਕਾਲੀ ਦਲ ਲਗਾਤਾਰ ਕਹਿ ਰਿਹਾ ਵੀ 84 ਦੇ ਵਿੱਚ ਜੋ ਕੁਝ ਹੋਇਆ ਉਹਦੇ ਲਈ ਤੁਸੀਂ ਜ਼ਿੰਮੇਵਾਰ ਹੋ, ਤੇ ਉਹ ਕਹਿੰਦੇ ਫਿਰ ਬੇਅਦਬੀ ਇਸ਼ੂ ਜਿਹੜਾ ਹੈ ਉਹਦੇ ਲਈ ਜ਼ਿੰਮੇਵਾਰ ਸਰਕਾਰ ਦੇ ਵਿੱਚ ਹੋਏ। ਮੰਨਦੇ ਹੋ ਵੀ ਉਹਦੀ ਉਹ ਕਮੀ ਜਿਹੜੀ ਉਹਦੇ ਕਰਕੇ ਹੀ ਸਾਡੀ ਸਰਕਾਰ ਵੀ ਤੁਸੀਂ ਬੈਕਫੁੱਟ ਤੇ ਗਏ ਹੋ? ਜਗਦੀਪ ਬਾਈ, ਪਿਛਲੇ 7 ਸਾਲਾਂ 'ਚ ਇੱਕ ਦੱਸੋ ਵੀ 3 ਚੀਜ਼ਾਂ ਤੇ ਸਿਆਸਤ ਹੋ ਰਹੀ ਹੈ। ਪਹਿਲੀ ਬੇਅਦਬੀ, ਇੱਕ ਰੁਜ਼ਗਾਰ ਤੇ ਇੱਕ ਨਸ਼ਾ। ਯਾਰ ਬੇਅਦਬੀ ਤਾਂ ਬਹੁਤ ਸਾਲਾਂ ਤੋਂ ਹੋ ਰਹੀ ਹੈ। ਜਦੋਂ 84 ਵਾਲੀਆਂ ਬੇਅਦਬੀਆਂ ਨਹੀਂ ਸੀ, ਜਦੋਂ ਸਾਡੇ ਸਰੂਪਾਂ ਨੂੰ ਅਗਨ ਭੇਟ ਕੀਤਾ ਗਿਆ, ਗੋਲੀਆਂ ਮਾਰੀਆਂ ਗਈਆਂ, ਉਹ ਬੇਅਦਬੀ ਨਹੀਂ ਸੀ। ਬੇਅਦਬੀ ਦਾ ਫਾਇਦਾ ਕਿਹਨੂੰ ਹੋਇਆ? ਸਰਕਾਰ ਕਿਹਦੀ ਆਈ? ਤੁਸੀਂ ਬੇਅਦਬੀ ਦੀ ਗੱਲ ਕਰਦੇ ਹੋ ਨਾ, ਬੇਅਦਬੀ ਦਾ ਫਾਇਦਾ ਕਿਹਨੂੰ ਹੋਇਆ? ਸਭ ਤੋਂ ਵੱਡਾ ਕਾਂਗਰਸ ਨੂੰ। ਕਾਂਗਰਸ ਦੀ ਸਰਕਾਰ ਆਈ ਨਾ 17 'ਚ, ਜਾਣ ਬੁੱਝ ਕੇ ਉਹਨੂੰ, ਉਸ ਇਸ਼ੂ ਨੂੰ, ਉਸ ਮਸਲੇ ਨੂੰ ਵੱਡਾ ਕੀਤਾ ਗਿਆ। ਹਾਂ, ਇੱਕ ਚੀਜ਼ ਜ਼ਰੂਰ ਹੈ, ਅਸੀਂ ਬੰਦੇ ਫੜੇ, ਅਕਾਲੀ ਦਲ ਦੀ ਸਰਕਾਰ ਸੀ, ਅਕਾਲੀ ਦਲ ਦੀ ਸਰਕਾਰ ਕਰਕੇ ਉਸ ਚੀਜ਼ 'ਚ ਜ਼ਿੰਮੇਵਾਰੀ ਬਣਦੀ ਸੀ ਉਹਨਾਂ ਬੰਦਿਆਂ ਨੂੰ ਫੜਨ ਦੀ। ਉਹ ਬੰਦੇ ਫੜੇ, ਪਰ ਜਥੇਬੰਦੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਬੈਠੀਆਂ ਸੀ, ਉਹਨਾਂ ਨੇ ਕਿਹਾ ਨਹੀਂ ਇਹ ਬੰਦਾ ਨਹੀਂ ਹੈ, ਇਹ ਨਹੀਂ ਹੋ ਸਕਦਾ। ਅਸੀਂ ਕਿਹਾ ਠੀਕ ਹੈ ਜੀ, ਤੁਹਾਨੂੰ ਲੱਗਦਾ, ਪਰ ਸਰਕਾਰ ਨੇ, ਤੁਸੀਂ ਕਿਹਾ ਤੁਹਾਡੇ ਤੋਂ ਪੰਜਾਬ ਪੁਲਿਸ ਤੋਂ ਸੈੱਟ ਨਹੀਂ ਹੋਣਾ, CBI ਨੂੰ ਕੇਸ ਦੇ ਦਿਓ। ਸਾਰਾ ਕੇਸ CBI ਨੂੰ ਦਿੱਤਾ। ਜੋ ਉਹਦੇ ਵਿੱਚ ਲੀਗਲੀ ਜਾਂ ਜੋ ਚੀਜ਼ ਅਸੀਂ ਨਿੱਜੀ ਤੌਰ ਤੇ ਕਰ ਸਕਦੇ ਸੀ, ਸ਼੍ਰੋਮਣੀ ਅਕਾਲੀ ਦਲ ਨੇ ਉਹ ਕੀਤਾ। ਪਰ ਬਦਨਾਮੀ ਕਹਿੰਦੇ ਜਿੱਥੇ ਸਿੱਟ ਅਕਾਲੀ ਦਲ ਦੇ ਖਿਲਾਫ ਸੁਖਬੀਰ ਬਾਦਲ ਤੇ ਐਕਸ਼ਨ ਦੀ, ਸਮੇਤ ਸੈਣ ਦੇ ਐਕਸ਼ਨ ਦੀ ਗੱਲ ਆਉਂਦੀ ਰਹੀ, ਉੱਥੇ ਸਿੱਟਾਂ ਵੀ ਬਦਲਦੇ ਰਹੇ ਜੀ। ਨਹੀਂ, ਫਿਰ ਹੁਣ 5 ਸਾਲ ਹੋ ਗਏ, ਫਿਰ ਕੀ ਕਰ ਲਿਆ? 5 ਸਾਲ ਤੋਂ ਉਹਨਾਂ ਦੀ ਸੀ ਨਾ, 5 ਸਾਲ ਹੋ ਗਏ, ਕਿੰਨੀਆਂ ਸਿੱਟ ਬਣਾ ਲੀਆਂ? ਤਾਂ ਹੀ ਲਾਇਆ ਉਹ ਕਹਿੰਦੇ ਅਸੀਂ ਹੁਣ ਨਹੀਂ 111 ਦਿਨ ਹੋ ਗਏ ਸੀ, ਹੁਣ ਦੇ ਦਾਂਦੇ ਅੰਦਰ। ਐਵੇਂ ਜੀ ਪਤਾ ਕੀ ਹੈ, ਮੈਂ ਕਹੀ ਜਾਵਾਂ ਤੁਸੀਂ ਝੂਠੇ ਜੀ, ਤੁਸੀਂ ਮਾੜੇ ਜੀ, ਤੁਸੀਂ ਗਲਤ ਜੀ, ਉਹਦਾ ਕੋਈ ਮਸਲਾ, ਉਹ ਗਲਤ ਗੱਲ ਹੈ। ਤੁਸੀਂ ਐਂ ਦੱਸੋ, ਤੁਹਾਡੀ 3 ਮਹੀਨਿਆਂ ਦੀ ਸਰਕਾਰ, ਤੁਸੀਂ ਚਲੋ ਹੋਰ ਛੱਡੋ, ਜਿੰਨੀਆਂ ਸਿੱਟ ਹੋਈਆਂ, ਸਾਡੀ 2 ਸਾਲਾਂ ਦੀ ਅਸੀਂ ਨਾ, 5 ਸਾਲ ਹੋ ਗਏ ਇਹਨਾਂ ਦੀ, 5 ਸਾਲਾਂ 'ਚ ਜਿੰਨੀਆਂ ਸਿੱਟ ਬਣਾਈ, ਕਿਸੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਤਾਂ ਛੱਡੋ, ਕਿਸੇ ਵਰਕਰ ਦੀ ਛੱਡੋ, ਸ਼੍ਰੋਮਣੀ ਅਕਾਲੀ ਦਲ ਦਾ ਨਾਂ ਦਿਖਾ ਦਿਓ ਕਿਸੇ ਸਿੱਟ 'ਚ। ਫਿਰ ਅੱਛਾ ਕੋਰਟ ਨੇ ਗੱਲ ਕੀਤੀ, ਕੋਰਟ ਦੇ ਵਿੱਚ ਵੀ ਨਾ ਜੀ, ਇਹਦਾ ਕੋਰਟ ਵੀ ਵਿਕ ਗਈ। ਯਾਰ ਜਿਹਨੇ ਬੋਲਣਾ ਨਾ, ਮੈਂ ਪਹਿਲਾਂ ਇੱਕ ਤੁਹਾਨੂੰ ਲਫ਼ਜ਼ ਬੋਲਿਆ ਸੀ, ਜਿਹਨੇ ਕਹਿਣਾ ਕਿ ਤੇਰੀ ਖਾਂਦੇ ਦੀ ਦਾੜੀ ਹਿਲਦੀ ਹੈ, ਉਹ ਬੰਦੇ ਨੇ ਇਹੀ ਕੰਮ ਕਰਨਾ ਹੈ। ਉਹਨਾਂ ਨੇ ਅਸਲ ਵਿੱਚ ਪਤਾ ਕੀ ਹੈ ਬਾਈ, ਇਹ ਜਿਹੜੇ ਦੋਨੀਆਂ ਪਾਰਟੀਆਂ, ਮੈਂ ਕਿਹਾ ਸੀ ਨਾ ਵੀ ਇਹਨਾਂ ਨੇ ਭਾਸ਼ਾ ਤਹਿਜ਼ੀਬ ਖਤਮ ਕੀਤੀ ਹੈ। ਇਹ ਦੋਨੇ ਪਾਰਟੀਆਂ ਦਾ ਇੱਕੋ ਮਕਸਦ ਹੈ ਕਿ ਅਸੀਂ ਪੰਜਾਬ ਨੂੰ ਬਦਨਾਮੀ ਦੇ ਰਾਹ 'ਤੇ,
ਇਹ 'ਚ ਵੀ ਗੇਮ ਹੈ। 84 ਤੋਂ ਬਾਅਦ ਸਾਨੂੰ ਸਭ ਤੋਂ ਵੱਡਾ ਇਸ ਸਮੇਂ ਦੇ ਵਿੱਚ ਸਾਨੂੰ ਕਿਹਾ ਗਿਆ ਕਿ ਅਸੀਂ ਅੱਤਵਾਦੀ ਹਾਂ। ਇਹ ਰੱਖਿਆ 96 ਤੱਕ। 96 97 ਤੋਂ ਬਾਅਦ ਮਾਹੌਲ ਸਹੀ ਹੋਣ ਲੱਗਿਆ, ਫਿਰ ਚੱਲ ਪਿਆ ਵੀ ਇਹ ਨਸ਼ੇੜੀ ਨੇ ਪੰਜਾਬੀ। ਇਹੀ ਕਿਹਾ ਗਿਆ ਪਿਛਲੇ ਸਮਿਆਂ 'ਚ। ਰਾਹੁਲ ਗਾਂਧੀ ਵਰਗੇ ਨੇ ਕਿਹਾ, ਜਿਹੜੇ ਇਹਨਾਂ ਦੇ ਸੋ ਕਾਲਡ ਵੱਡੇ ਗੁਰੂ ਨੇ, 70% ਨੌਜਵਾਨ ਨਸ਼ੇੜੀ ਕਿਹਾ। ਆ ਜਿੰਨੇ ਖੜੇ ਹੋ ਇੱਥੇ ਆਪਾਂ ਐਂ ਦੱਸੋ ਇਹਨਾਂ 'ਚੋਂ ਫਿਰ ਕਿੰਨੇ 70% ਨਸ਼ੇੜੀ ਆ? ਆਪਾਂ 4 ਖੜੇ ਆ, ਫਿਰ 3 ਨਸ਼ੇੜੀ ਹੋ ਗਏ। ਮੈਂ ਸਾਰੀ ਜ਼ਿੰਦਗੀ 'ਚ ਕਦੇ ਦਾਰੂ ਨੂੰ ਮਤਲਬ ਟੇਸਟ ਵੀ ਨਹੀਂ ਕੀਤਾ ਕਿਸੇ ਚੀਜ਼ ਦਾ, ਨਸ਼ੇੜੀ ਹੋ ਗਿਆ। ਮੇਰਾ ਕਹਿਣ ਦਾ ਮਤਲਬ ਇਹ ਆ, ਬਦਨਾਮੀ ਕੀਤੀ ਪਹਿਲੀ ਗੱਲ। ਦੂਜੀ ਗੱਲ, ਇਹਨਾਂ ਲੋਕਾਂ ਨੇ ਬਦਨਾਮ ਕਰਕੇ ਉਦੋਂ ਬਾਅਦ ਹੁਣ ਕਿਸਾਨੀ ਅੰਦੋਲਨ ਨੇ ਪੰਜਾਬ ਦਾ ਰੁਤਬਾ ਜਿਹੜਾ ਸੀ ਦੁਬਾਰਾ ਬਹਾਲ ਕਰਾਇਆ। ਜਿਹੜਾ ਕਿਸਾਨੀ ਅੰਦੋਲਨ ਜਿੱਤੇ, ਹੁਣ ਮੋਦੀ ਸਾਹਿਬ ਆ ਗਏ, ਉਹਨਾਂ ਨੇ ਬਿਆਨ ਦਿੱਤਾ ਆਪਕੇ ਪ੍ਰਧਾਨ ਮੰਤਰੀ ਕੋ, ਆਪ ਮੁੱਖ ਮੰਤਰੀ ਕੋ ਬੋਲਣਾ ਕਿ ਮੈਂ ਬਚ ਕੇ ਚਲਾ ਗਿਆ। ਇਹਦਾ ਮਤਲਬ ਕੀ ਹੈ? ਇਹ ਸਭ ਇੱਕੋ ਹੀ ਗੇਮ ਹੈ ਇਹਨਾਂ ਦੀ ਕਿ ਪੰਜਾਬ ਦੇ ਨੌਜਵਾਨ ਜਿਹੜਾ ਪੰਜਾਬੀ ਜਿਹੜਾ ਹੈ ਉਹਨੂੰ ਬਦਨਾਮ ਕਰਕੇ ਕਿਤੇ ਨਾ ਕਿਤੇ ਖਤਮ ਕੀਤਾ ਜਾ। ਗੋਲਡੀ ਜੀ, ਅੱਖੋਂ ਪਰੋਖੇ ਤਾਂ ਉਹਨਾਂ ਚੀਜ਼ਾਂ ਨੂੰ ਵੀ ਨਹੀਂ ਕੀਤਾ ਜਾ ਸਕਦਾ। ਤੁਹਾਡੀ ਸਰਕਾਰ ਵੇਲੇ ਵੀ, ਕੈਪਟਨ ਸਾਹਿਬ ਦੀ ਸਰਕਾਰ ਵੇਲੇ ਵੀ ਚਿੱਟੇ ਦੇ ਕਾਰਨ ਮਾਮਾ ਦੇ ਪੁੱਤ ਤੜਫ ਤੜਫ ਕੇ ਮਰਦੇ ਤਾਂ ਅਸੀਂ ਵੀ ਦੇਖਿਆ। ਤਾਂ ਤੁਹਾਡੇ ਰਾਜ ਦੇ ਵਿੱਚ ਵੀ ਅਸੀਂ ਵੀ ਦਿਖਾਈਆਂ ਜੀ ਉਹ ਤਾਂ ਖਬਰਾਂ। ਤੇ ਉਹ ਕੀ ਹੈ ਜੀ? ਫਿਰ ਉਹਨਾਂ ਨੂੰ ਵੀ ਨਹੀਂ। ਮੈਂ ਜਗਦੀਪ ਵੀਰ, ਮੈਂ ਬਿਲਕੁਲ ਇਸ ਗੱਲ ਦੀ ਹਾਮੀ ਭਰਦਾ। ਮੈਂ ਪੂਰੀ ਦੁਨੀਆ ਦੇਖੀ ਹੈ। ਨਸ਼ਾ ਕੱਲੀ ਸਾਡੀ ਨਹੀਂ, ਸਾਰੀ ਦੁਨੀਆ ਦੀ ਸਮੱਸਿਆ ਹੈ। ਦੁਬਈ, ਸਿੰਗਾਪੁਰ ਚਲੇ ਜਾਓ ਜਿੱਥੇ ਮੌਤ ਦੀ ਸਜ਼ਾ ਹੈ, ਨਸ਼ਾ ਤਾਂ ਉੱਥੇ ਵੀ ਮਿਲਦਾ ਹੈ। ਬਾਅਦ ਨਾ ਕਿਤੇ ਜਾਣ। ਮੈਂ ਨਹੀਂ ਮੈਂ ਉਹੀ ਕਿਹਾ, ਅਸੀਂ ਕੋਈ ਗੁਟਕਾ ਸਾਹਿਬ ਦੀ ਸਹੁੰ ਖਾ ਕੇ 4 ਮਹੀਨੇ ਵਾਲੀ ਨਹੀਂ ਗੱਲ ਕੀਤੀ। ਮੈਂ ਹਮੇਸ਼ਾ ਬੋਲਦਾ, ਅੱਜ ਵੀ ਕਹਿਣਾ, ਤੁਹਾਡੇ ਟੀਵੀ ਤੇ ਸ਼ਰੇਆਮ ਕਹਿਣਾ ਵੀ ਵੀਰ ਮੇਰਿਆ, ਨਸ਼ਾ ਬੰਦ ਕਰਨਾ। ਨਸ਼ਾ ਬੰਦ ਕਰਨ ਲਈ ਪਹਿਲੀ ਗੱਲ ਲੀਡਰਾਂ ਨੂੰ ਤੇ ਅਫਸਰਾਂ ਨੂੰ ਜਿਹੜਾ ਸੁਚੇਤ ਹੋਣਾ ਪਊ ਤੇ ਤਕੜੇ ਤੇ ਸਖਤ ਹੋਣਾ ਪਊਗਾ। ਵੇਚਦਾ ਤਾਂ ਕਹਿੰਦੇ ਵਿਕਰਮ ਮਜੀਠੀਆ ਜੀ, ਉਹ ਕਹਿੰਦੇ ਵੇਚਦਾ। ਗੱਲ ਪੂਰੀ ਸੁਣ ਲਓ। ਸੁਚੇਤ ਹੋਣਾ ਪਊਗਾ। ਸੈਕੰਡਲੀ, ਲੋਕਾਂ ਨੂੰ ਸੁਚੇਤ ਹੋਣਾ ਪਊਗਾ। ਜਦੋਂ ਤੱਕ ਲੋਕ ਜਿਹੜੇ ਸਾਡੀ ਸੰਗਤ ਨਹੀਂ ਅੱਗੇ ਹੋ ਕੇ ਖੜਦੀ, ਮੇਰੀ ਸੁਣੋ, ਮੈਨੂੰ ਕਹਿੰਦੇ ਹਰ ਮੋੜ ਤੇ ਨਸ਼ਾ ਵਿਕਦਾ ਜੀ। ਹਰ ਮੋੜ ਤੇ ਫਿਰ ਦੁੱਧ ਦੀ ਬੋਤਲ ਹੀ ਮਿਲਦੀ ਹੈ। ਚੋਇਸ ਤਾਂ ਤੁਹਾਡੀ ਹੈ ਨਾ ਵੀ ਕੀ ਪੀਣਾ ਹੈ। ਪ੍ਰੈਕਟੀਕਲੀ ਗੱਲ ਸਮਝੋ, ਹਰ ਮੋੜ ਤੇ ਤਾਂ ਦੁੱਧ ਦੀ ਬੋਤਲ ਵੀ ਮਿਲਦੀ ਹੈ। ਵਿਕ ਸਕਦਾ ਜੀ, ਕਾਨੂੰਨ ਦੇ ਦਾਇਰੇ ਨਸ਼ਾ ਤਾਂ ਨਹੀਂ ਵਿਕ ਸਕਦਾ ਜੀ। ਇਸੇ ਕਰਕੇ ਕਹਿਣਾ ਨਾ, ਮੈਂ ਇਹ ਨਹੀਂ ਕਿਹਾ ਵਿਕਦਾ, ਮਿਲਦਾ ਵਿਕਦਾ, ਦੁਕਾਨ ਤਾਂ ਨਹੀਂ ਖੋਲੀ, ਵਿਕਦਾ। ਪਰ ਚੋਇਸ ਕੀ ਹੈ? ਤੁਸੀਂ ਇੱਥੇ ਆਏ ਹੋ, ਮੈਂ ਚਾਹ ਕਹਿਣਾ ਚਾਹ ਪੀ ਲਓ, ਤੁਸੀਂ ਕਹਿੰਦੇ ਮੈਂ ਤਾਂ ਚਾਹ ਪੀਂਦੇ ਹੀ ਨਹੀਂ ਜੀ। ਤੁਹਾਡੀ ਚੋਇਸ ਹੈ ਨਾ। ਸੋ ਇਸ ਕਰਕੇ ਪਹਿਲੀ ਗੱਲ। ਦੂਜੀ ਜਿਹੜੀ ਆ, ਪ੍ਰਸ਼ਾਸਨ ਚੰਗਾ ਦੇਣਾ ਚਾਹੀਦਾ। ਉਹਦੇ ਲਈ ਸੁਹਿਰਦਾਂ ਮੈਂ ਵੀ ਸੋਚਦਾ ਕਿ ਮੈਂ ਇੱਕ ਗੱਲ ਦੀ ਤੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਦੀ ਗੱਲ ਕੀਤੀ, ਬੜੇ ਵੱਡੇ ਬੋਰਡ ਲਾਏ ਕੇਜਰੀਵਾਲ ਹੋਰਾਂ ਨੇ, ਤੇ ਫਿਰ ਮਾਫੀ ਬੜੀ ਪਿੱਛੇਤੀ ਮੰਗ ਕੇ ਗਿਆ। ਕਿਉਂ ਮੰਗ ਕੇ ਗਿਆ? ਹੁਣ ਜਿਹੜੀ ਹੈ, ਹੁਣ ਵੀ ਕੋਰਟ ਨੇ ਜਿਹੜਾ ਫੈਸਲਾ ਕੀਤਾ ਵਿਕਰਮ ਸਿੰਘ ਮਜੀਠੀਆ ਦੇ ਹੱਕ 'ਚ, ਉੱਥੇ ਵੀ ਇਹ ਕਿਹਾ ਕਿ ਪੋਲੀਟੀਕਲ ਮੋਟੀਵੇਟਡ ਕੇਸ ਹੈ। ਕਿਹਾ ਉਹਦੇ 'ਚ ਫਿਰ ਕਿਉਂ ਕਿਹਾ? ਜੇ ਇੰਨੀ ਤੁਹਾਨੂੰ ਲੱਗਦਾ 5 ਸਾਲ ਹੋ ਗਏ ਯਾਰ, ਤੁਸੀਂ ਹੁਣ 15 ਦਿਨਾਂ 'ਚ ਆ ਕੇ ਪਰਚੇ ਦੇਣ ਲੱਗ ਗਏ। 5 ਸਾਲਾਂ 'ਚ ਕਿਤੇ ਤਾਂ ਦਿਖਾਓ ਨਾ ਕੀ ਹੈ। ਤੁਸੀਂ ਲਿਫਾਫੇ 'ਚ ਬੰਦ ਰਿਪੋਰਟਾਂ ਨੇ ਜੀ। ਇੱਕ ਮੈਨੂੰ ਐਂ ਦੱਸੋ, ਜਿਹੜਾ ਅਫਸਰ ਸੀ ਆਪਣਾ ਵਿਜੇ ਕੁੰਵਰ ਵਿਜੇ, ਬੜੇ ਲੋਕਾਂ ਨੇ ਮਸੀਹਾ ਬਣਾਤਾ ਇਹਨਾਂ ਦੇ ਲੋਕਾਂ ਨੇ ਉਹਨੂੰ, ਬੜਾ ਮਸੀਹਾ, ਬੜਾ ਇਮਾਨਦਾਰ ਹੈ, ਬੜੀ ਛੇਤੀ ਫਿਰ ਆਮ ਆਦਮੀ ਪਾਰਟੀ 'ਚ ਭੱਜ ਗਿਆ। ਸਭ ਪੋਲੀਟੀਕਲ ਗੇਮ ਹੈ, ਹੋਰ ਕੁਛ ਨਹੀਂ ਹੈ। ਨਾ ਤਾਂ ਇਹਨਾਂ ਨੇ, ਮੈਂ ਪਹਿਲਾਂ ਕਿਹਾ, 3 ਚੀਜ਼ਾਂ ਦੀ ਸਿਆਸਤ, ਰੁਜ਼ਗਾਰ ਦੀ, 55 ਲੱਖ ਨੌਕਰੀਆਂ, ਹੁਣ ਵੀ ਨੌਕਰੀਆਂ ਸਾਡੇ ਨੌਜਵਾਨ। ਨਸ਼ੇ ਦੀ, ਨਸ਼ਾ ਖਾ ਗਿਆ ਜੀ। ਉਹ ਯਾਰ ਬਦਨਾਮੀ ਕਿਉਂ ਦਿੰਦੇ ਹੋ? ਉਹਨੂੰ ਰੋਕਣ ਦੀ ਕੋਸ਼ਿਸ਼ ਕੀ ਕੀਤੀ ਹੈ ਤੁਸੀਂ? 5 ਸਾਲਾਂ 'ਚ ਦੱਸੋ ਕਿੰਨੇ ਤੁਸੀਂ ਸੈਂਟਰ ਖੋਲੇ ਤੇ ਕਿੰਨੇ ਬੰਦਿਆਂ ਨੂੰ ਅੰਦਰ ਦਿੱਤਾ? ਕਿੰਨੇ ਬੰਦੇ ਫੜੇ? ਮੈਨੂੰ ਕਾਂਗਰਸ ਵਾਲਿਆਂ ਨੂੰ ਪੁੱਛਣਾ ਚਾਹੁੰਦਾ। ਠੀਕ ਹੈ। ਫਿਰ ਬੇਅਦਬੀ ਤਾਂ ਯਾਰ ਗੁਰੂ ਸਾਹਿਬ ਦੇ ਜਦੋਂ ਬੈਠੇ ਹੁੰਦੇ ਆਪਾਂ ਗੁਰੂ ਸਾਹਿਬ ਦੇ ਦੁਆਲੇ ਆਪਾਂ ਲਾਵਾਂ ਲੈਂਦੇ ਹਾਂ, ਹੈ ਨਾ। ਉੱਥੇ ਲੈਂਦੇ ਹਾਂ ਨਾ, ਗੁਰੂ ਸਾਹਿਬ ਦੀ ਹਜ਼ੂਰੀ 'ਚ ਲਾਵਾਂ ਲੈਂਦੇ ਹਾਂ ਨਾ ਆਪਾਂ। ਜਦੋਂ ਉਹ ਲਾਵਾਂ ਲੈਂਦੇ ਹਾਂ, ਉਦੋਂ ਬਾਅਦ ਤਲਾਕ ਦਿੰਦੇ, ਉਹ ਵੀ ਤਾਂ ਬੇਅਦਬੀ ਹੈ। ਗੁਰੂ ਸਾਹਿਬ ਦੀ ਸਹੁੰ ਖਾ ਕੇ ਆਪਦੀ ਘਰ ਵਾਲੀ ਨੂੰ ਮੰਨਦੇ ਹੋ ਨਾ, ਤੇ ਫਿਰ ਉਹਨੂੰ ਜਦੋਂ ਤਲਾਕ ਦਿੰਦੇ, ਉਹ ਬੇਅਦਬੀ ਨਹੀਂ? ਬਥੇਰੀ ਦੁਨੀਆ 'ਚ ਕਰਦੇ ਨੇ ਬੇਅਦਬੀ। ਤਾਂ ਉਹ ਵੀ ਹੈ ਜੀ, ਜਦੋਂ ਤੁਹਾਡੇ ਹੀ ਜਿਹੜੇ ਹੈਗੇ ਆ ਪਾਰਟੀ ਦੇ ਬੰਦੇ ਗੁਰਦੁਆਰੇ ਦੇ ਵਿੱਚ ਜਾ ਕੇ ਅਰਦਾਸਾਂ ਕਰਕੇ ਪਾਰਟੀ ਬਣਾ ਲੈਂਦੇ ਆ, ਫਿਰ ਉਸੇ ਪਾਰਟੀ 'ਚ ਹੁਣ ਸ਼ਾਮਲ ਆ ਕੇ ਫਿਰ ਬੇਅਦਬੀ ਤਾਂ ਉਹ ਵੀ ਹੈ ਜੀ। ਫਿਰ ਉਹ ਕਿਉਂ ਰਲਾਏ ਗਏ? ਮੈਂ ਆਹੀ ਕਹਿਣਾ, ਬ੍ਰਹਮਪੁਰਾ ਸਾਹਿਬ ਨੇ ਵੀ ਫਿਰ ਬੇਅਦਬੀ ਕੀਤੀ, ਉਹ ਕਿਉਂ ਰਲਾਏ ਜੀ ਨਾਲ? ਮੈਂ ਕੀ ਕਹਿ ਰਿਹਾ, ਪਰਿਭਾਸ਼ਾ ਕੀ ਹੈ ਬੇਅਦਬੀ ਦੀ, ਪਹਿਲਾਂ ਇਹ ਫਿਕਸ ਕਰੋ। ਮੈਂ ਜਗਦੀਪ ਜੀ ਇਹੀ ਗੱਲ ਕਹਿਣਾ, ਸਾਡੀ ਕੌਮ ਦੇ ਵਿੱਚ ਵੰਡੀਆਂ ਪਾਈਆਂ ਜਾ ਰਹੀਆਂ ਨੇ, ਕਿਉਂ ਨਹੀਂ ਸਮਝ ਰਹੇ? ਅਸੀਂ ਇੱਕ ਨੂੰ ਨਹੀਂ ਪਾੜ ਕੇ ਖਿਲਾਰਨਾ ਤਾਂ ਬਹੁਤ ਜ਼ਿਆਦਾ ਨਿੰਦਣਯੋਗ ਹੋਊਗਾ ਨਾ ਜੀ। ਅਨਡਾਊਟਲੀ ਯਾਰ, ਕਿਸੇ ਵੀ ਧਰਮ ਦਾ, ਮੈਂ ਸਿੱਖ ਧਰਮ 'ਚ ਵਿਸ਼ਵਾਸ ਰੱਖਦਾ, ਮੈਂ ਆਪਦੇ ਧਰਮ ਦਾ ਪ੍ਰਪੱਖ ਹਾਂ, ਪਰ ਮੈਂ ਦੂਜੇ ਧਰਮਾਂ ਦਾ ਵੀ ਸਤਿਕਾਰ ਕਰਦਾ। ਮੈਂ ਨਹੀਂ ਆ, ਮੇਰੇ ਲਈ ਸਭ ਤੋਂ ਵੱਡਾ ਧਰਮ ਜਿਹੜਾ ਇਨਸਾਨੀਅਤ ਹੈ। ਇਸ ਗੱਲ ਦਾ ਤਾਂ ਦੁੱਖ ਹੈਗਾ ਵੀ ਤੁਹਾਡੀ ਸਰਕਾਰ 'ਚ ਹੋਗੀ ਇਹ ਕੰਮ, ਤੁਹਾਡੀ ਸਰਕਾਰ ਵੇਲੇ। ਮੇਰੀ ਸਰਕਾਰ ਦੇ ਵਿੱਚ, ਸਰਕਾਰ ਤੁਹਾਡੀ ਆ, ਤੁਸੀਂ ਮੇਰੀ ਸੁਣੋ, ਤੁਹਾਡੇ ਚੈਨਲ ਚੱਲਦੇ ਨੇ, ਤੁਹਾਡੇ ਚੈਨਲ 'ਚ ਕੋਈ ਬੰਦਾ ਥੱਲੇ ਵਾਲਾ, ਤੁਹਾਡਾ ਕੋਈ ਕੈਮਰਾਮੈਨ ਹੈ, ਤੁਹਾਡੇ ਕੋਈ ਦਫ਼ਤਰ ਦਾ ਬੰਦਾ ਹੈ, ਤੁਹਾਡੇ ਕੇ ਵੈਸੇ ਨਾਲ ਤੁਰਿਆ ਫਿਰਦਾ, ਉਹ ਕੋਈ ਗਲਤੀ ਕਰਦਾ, ਉਹਦੀ ਸਜ਼ਾ ਤੁਹਾਨੂੰ ਮਿਲੂਗੀ? ਦੱਸੋ ਮੈਨੂੰ। ਤੁਸੀਂ ਮੈਨੂੰ ਇੱਕ ਚੀਜ਼ ਦੱਸੋ, ਤੁਹਾਡਾ ਕੋਈ ਇੰਪਲਾਈ, ਤੁਹਾਡੇ ਨਾਲ ਹੈ ਕੋਈ ਬੰਦਾ, ਤੁਸੀਂ ਉਹਦੀ ਸਜ਼ਾ ਕਿਹਨੂੰ ਦਿਓ? ਮੈਨੂੰ ਉਹ ਤਾਂ ਅਹਿਸਾਸ ਤਾਂ ਹੋਊਗਾ ਵੀ ਯਾਰ ਗਲਤ ਬੰਦਾ, ਪਰ ਉਹੀ ਮੈਂ ਕਹਿੰਦਾ, ਉਹੀ ਤੁਹਾਨੂੰ ਕਹਿੰਦਾ ਵੀ ਦੁੱਖ ਹੈ। ਕਹਿ ਰਿਹਾ, ਮੈਂ ਪਹਿਲਾਂ ਹੀ ਕਹਿ ਚੁੱਕਿਆ
ਕਿ ਸਾਡੀ ਸਰਕਾਰ ਵੇਲੇ ਇੱਕ ਹੋਇਆ, ਅਸੀਂ ਉਹ ਬੰਦੇ ਅਰੈਸਟ ਕਰਕੇ ਫੜੇ, ਪਰ ਜਥੇਬੰਦੀਆਂ ਨੇ ਕਿਹਾ ਕਿ ਨਹੀਂ ਇਹ ਬੰਦੇ ਨਹੀਂ ਹੈਗੇ, ਇਹਨਾਂ ਨੂੰ ਛੱਡੋ। ਅਸੀਂ ਛੱਡੇ ਜਥੇਬੰਦੀਆਂ ਦੇ। ਜਦੋਂ ਸਿੱਖ ਸੰਗਤ ਨੇ ਕਿਹਾ, ਅਸੀਂ ਹਰ ਫੈਸਲਾ ਮਨਜ਼ੂਰ ਕੀਤਾ ਉਹਨਾਂ ਦਾ, ਕਿ ਇੱਕ ਫੈਸਲਾ ਵੀ ਦੱਸੋ ਜਿਹੜੇ ਤੇ ਅਸੀਂ ਨਹੀਂ, ਚਾਹੇ ਉਹ ਉਹਨਾਂ ਦੀ ਅਸੀਂ 6000 ਤੋਂ ਵੱਧ ਜਿਹੜੇ ਅਸੀਂ ਫਿੰਗਰਪ੍ਰਿੰਟ ਲਏ ਉੱਥੇ। ਉਦੋਂ ਬਾਅਦ ਗੁਰੂ ਸਾਹਿਬ ਦੇ ਅੰਗਾਂ ਨੂੰ ਅਹਿਮਦਾਬਾਦ ਭੇਜਿਆ, ਬਾਈ ਏਅਰ ਭੇਜਿਆ। ਜਿਹੜੇ ਹੋਰ ਕੋਈ ਕਰਨ ਵਾਲੇ ਸੀ, ਜਿੱਥੇ ਅਸੀਂ ਕਰ ਸਕਦੇ ਸੀ ਕੀਤਾ, ਕੋਸ਼ਿਸ਼ ਹਰ ਚੀਜ਼ ਕੀਤੀ, ਨਹੀਂ ਹੋ ਸਕੀ। ਇਹ ਠੀਕ ਹੈ ਕਿ ਨਹੀਂ, ਉੱਥੇ ਤਾਂ ਹੀ ਕਮੀਆਂ, ਤਾਂ ਹੀ ਇੱਕ ਮਿੰਟ, ਤਾਂ ਹੀ ਸੰਗਤ ਨੇ ਮੈਂਡੇਟ ਦਿੱਤਾ ਨਾ ਸਾਨੂੰ। ਜੇ ਸਾਡੇ 'ਚ ਕੋਈ ਕਮੀ ਸੀ ਤਾਂ ਹੀ ਸੰਗਤ ਨੇ ਸਾਨੂੰ ਇਹ ਕੀਤਾ ਨਾ। ਤੇ ਅਸੀਂ ਉਸ ਗੱਲ ਤੇ ਹੁਣ 5 ਸਾਲਾਂ ਤੋਂ ਚੱਲਦੇ ਆ ਰਹੇ ਨੇ। ਸਾਡੇ ਤੇ ਬਹੁਤ ਕੋਸ਼ਿਸ਼ ਕੀਤੀ, ਪਰਚੇ ਦੇਣ ਦੀ, ਗੱਲਾਂ ਬਹੁਤ ਕੁਝ ਕਰਨ ਦੀ ਕੀਤੀ। ਫਿਰ ਦੇਖੋ, ਜੇ ਕੁਝ ਨਿਕਲਦਾ ਸਾਡੇ ਖਿਲਾਫ ਹੁੰਦਾ ਤਾਂ 100% ਕਰਦੇ। ਛੱਡਦਾ ਕੋਈ ਸਾਨੂੰ? ਛੱਡਦਾ ਕੋਈ? ਸਾਨੂੰ ਅਸੀਂ ਕਹਿਣਾ, ਸਾਨੂੰ ਕੋਰਟ ਤੇ ਵਿਸ਼ਵਾਸ ਹੈ, ਸਾਨੂੰ ਗੁਰੂ ਮਹਾਰਾਜ ਤੇ ਵਿਸ਼ਵਾਸ ਹੈ। ਅਸੀਂ ਅਰਦਾਸ ਕੀਤੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ, ਪਾਰਟੀ ਦੇ ਹਰ ਵਰਕਰ ਨੇ, ਕਿ ਜਿਹੜੇ ਬੰਦਿਆਂ ਨੇ ਰਾਜਨੀਤੀ ਇਸ ਬੇਅਦਬੀ ਤੇ ਰਾਜਨੀਤੀ ਕੀਤੀ ਜਾਂ ਬੇਅਦਬੀ ਕੀਤੀ, ਉਹਦਾ ਕੱਖ ਨਾ ਰਹੇ, ਤੇ ਰਿਹਾ ਵੀ ਨਹੀਂ ਤੇ ਰਹੂਗਾ ਵੀ ਨਹੀਂ। ਤੇ ਫਿਰ ਉਹ ਕਹਿੰਦੇ ਗੋਲੀ ਕਿਹਨੇ ਚਲਵਾਈ ਸੀ ਜੀ? ਗੋਲੀ ਜਿਹੜਾ ਅਫਸਰ ਹੈ, ਮੌਜੂਦਾ ਅਫਸਰ ਹੈ ਜੀ, ਡਿਊਟੀ ਅਫਸਰ ਹੈ, ਉਹ ਤਾਂ ਐਸਡੀਐਮ ਨੇ ਆਰਡਰ ਕੀਤੇ ਸੀ, ਉੱਥੇ ਆਇਆ ਪਿਆ, ਸਾਰੇ ਸਾਹਮਣੇ ਰਿਪੋਰਟ ਹੈ। ਹੁਣ ਜਿਹੜਾ ਡਿਊਟੀ ਅਫਸਰ ਹੈ ਉਹਨੂੰ, ਉਹਦੇ ਤੇ ਕਾਰਵਾਈ ਹੋਗੀ, ਉਹ ਚੱਲ ਵੀ ਰਹੀ ਹੈ, ਉਹਨਾਂ ਤੇ ਕੇਸ ਵੀ ਚੱਲ ਰਿਹਾ। ਜਿਹੜੇ ਹਾਲਾਤ ਸੀ ਮੌਕੇ ਤੇ, ਹੁਣ ਇੱਕ ਚੀਜ਼ ਦੱਸੋ, ਮੁੱਖ ਮੰਤਰੀ ਆ, ਰਾਤ ਨੂੰ ਕਹਿੰਦੇ 2 ਵਜੇ ਫੋਨ ਕਰ ਲਿਆ। ਮੈਨੂੰ ਐਂ ਦੱਸੋ ਵੀ ਮੁੱਖ ਮੰਤਰੀ ਉਹ ਚੰਗਾ ਵੀ ਰਾਤ ਨੂੰ 2 ਵਜੇ ਫੋਨ ਕਰਕੇ ਆਪਦੇ ਲਾਅ ਐਂਡ ਆਰਡਰ ਦੀ ਪੰਜਾਬ ਦੀ ਸਿਚੁਏਸ਼ਨ ਪੁੱਛਦਾ ਹੈ, ਕਿ ਉਹ ਚੰਗਾ ਜਿਹੜਾ ਦੁਪਹਿਰੇ 2 ਵਜੇ ਤੱਕ ਦਾਰੂ ਪੀ ਕੇ ਸੁੱਤਾ ਰਹਿੰਦਾ? ਕਿਹੜਾ ਮੁੱਖ ਮੰਤਰੀ ਚੰਗਾ ਹੋਊਗਾ? ਮੁੱਖ ਮੰਤਰੀ ਉਹੀ ਚੰਗਾ ਜਦੋਂ ਆਪਣੇ ਪਰਿਵਾਰ ਚ ਲਾ ਲਓ, ਆਪਾਂ ਘਰ ਦੇ ਬੰਦੇ ਆ, ਸਾਡੇ ਘਰ 'ਚ ਕਿਤੇ ਕੋਈ ਪ੍ਰੋਬਲਮ ਆ ਗਈ, ਕੋਈ ਰਾਤ ਨੂੰ ਮੈਂ ਕਹਿਣਾ ਕੋਈ ਇਸ਼ੂ ਆਣ ਗਿਆ, ਰਾਤ ਨੂੰ ਘਰ ਦਾ ਮੁਖੀ ਉੱਠ ਕੇ ਪੁੱਛਦਾ ਨਾ ਵੀ ਭਾਈ ਕੀ ਹੋ ਗਿਆ। ਆਂਢੀ ਗੁਆਂਢੀਆਂ ਨੂੰ ਵੀ ਪੁੱਛਦੇ ਆਪਾਂ ਵੀ ਭਾਈ ਤੇਰੇ ਘਰੇ ਕੀ ਹੋ ਗਿਆ, ਜਾਣਦੇ ਆ ਨਾ ਆਂਢ ਗੁਆਂਢ 'ਚ। ਤੇ ਉਹ ਤਾਂ ਪੰਜਾਬ ਦੇ ਮੁੱਖ ਮੰਤਰੀ ਆ ਯਾਰ, ਚੁਣ ਕੇ ਭੇਜਿਆ ਤੁਸੀਂ ਉਹਨਾਂ ਨੂੰ। ਤੇ ਜੇ ਉਹਨਾਂ ਨੇ ਗੱਲ ਕਰਕੇ ਪੁੱਛ ਲਿਆ, ਉੱਥੇ ਗੋਲੀ ਚੱਲੀ, ਗੋਲੀ ਕਿਉਂ ਚੱਲੀ, ਕਿਵੇਂ ਚੱਲੀ, ਉਹਦੇ ਲਈ ਅਸੀਂ ਹਮੇਸ਼ਾ ਕਹੇ ਇਨਕੁਆਇਰੀ ਕਰਕੇ ਜਿਹੜੇ ਬੰਦੇ ਨੇ ਕਾਰਵਾਈ ਕਰਦੀ, ਅਸੀਂ ਵੀ ਕਰੋ। ਹੁਣ ਵੀ ਕਹਿਣਾ ਫਾਂਸੀ ਲਾ ਦਿਓ ਉਹਨਾਂ ਨੂੰ। ਉਹ ਤਾਂ ਇਹ ਕਹਿੰਦੇ ਆ ਨਾ ਜੀ, ਉਹ ਕਹਿੰਦੇ ਵੀ ਸੁਖਬੀਰ ਬਾਦਲ ਹੋਰ ਦੀ ਫਿਰ ਹੋਮ ਮਿਨਿਸਟਰੀ ਕੀ ਸੀ, ਮਤਲਬ ਕਿ ਉਹ ਕਾਬਿਲ ਨਹੀਂ ਸੀਗੇ। ਉਹ ਕਹਿੰਦੇ ਜੇ ਬਿਨਾਂ ਪੁੱਛੇ ਤੇ ਜਾਂ ਇਸ ਤਰ੍ਹਾਂ ਸਾਰਾ ਕੁਝ ਹੋ ਗਿਆ, ਫਿਰ ਜਾਂ ਫਿਰ ਸੁਮੇਧ ਸੈਣੀ ਨੂੰ ਕਹਿੰਦੇ ਦੂਜੇ ਦਿਨ ਡੱਕ ਦਿੰਦੇ ਜੀ। ਫਿਰ ਇਹ ਬਾਈ ਗੱਲ ਇਹ ਹੈ, ਉਸ ਆਰਡਰਾਂ ਦੇ ਵਿੱਚ ਕਿਹਨੇ ਆਰਡਰ ਦਿੱਤੇ, ਇਹ ਸਾਰਿਆਂ ਤੇ ਇਨਕੁਆਇਰੀ ਹੋ ਗਈ। ਉਹ ਐਸਡੀਐਮ ਮੈਜਿਸਟ੍ਰੇਟ ਦੇ ਆਰਡਰ ਸੀ ਤੇ ਉਹਦੇ ਤੇ ਕਾਰਵਾਈ ਹੋਈ ਆ। ਉਹ ਮੰਨ ਕੇ ਗਿਆ ਇੰਟਰਵਿਊ 'ਚ, ਜਿਹੜਾ ਚਰਨਜੀਤ ਐਸਐਸਪੀ ਆ, ਉਹਨੇ ਇੰਟਰਵਿਊ ਕੀਤੀ ਹੈ ਕਿ ਉਹ ਉਦੋਂ ਮੌਕੇ ਦੇ ਹਾਲਾਤ ਸੀ, ਮੌਕੇ ਦੇ ਹਾਲਾਤਾਂ ਮੁਤਾਬਕ ਉਹਨਾਂ ਨੂੰ ਕੀ ਲੱਗਿਆ ਜਾਂ ਕੀ ਨਹੀਂ ਹੋਇਆ, ਜਾਂ ਗੋਲੀ ਕਿਵੇਂ ਚੱਲੀ, ਉਹਦੇ ਤੇ ਆਲਰੇਡੀ ਇਨਕੁਆਇਰੀਆਂ ਚੱਲ ਰਹੀਆਂ ਨੇ। ਪਰ ਹੁਣ ਇੱਕ ਬੰਦਾ, ਮੈਂ ਚੰਡੀਗੜ੍ਹ ਬੈਠਾ ਜਾਂ ਮੈਂ ਮੁੱਖ ਮੰਤਰੀ ਹਾਂ, ਇਟ ਡਜ਼ਨਟ ਮੀਨ ਹੋਰ ਇਦੋਂ ਪਹਿਲਾਂ ਕਿ ਫਿਰ ਪੰਜਾਬ 'ਚ ਜਿੰਨੀਆਂ ਉਦੋਂ ਪਹਿਲਾਂ ਹੁਣ ਹੋਈਆਂ ਨੇ ਬੇਅਦਬੀਆਂ, 550 ਬੇਅਦਬੀ ਹੋਈ ਹੈ, ਫਿਰ ਬਾਕੀ ਕਿੱਥੇ ਨੇ ਜੀ? ਬਾਕੀ ਦਾ ਕੀ ਹੋਇਆ? ਇਸ ਮੌਜੂਦਾ ਸਰਕਾਰ 'ਚ ਵੀ ਹੋਈਆਂ ਨੇ, ਫਿਰ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਹੋਈ? ਫਿਰ ਇਹਨਾਂ ਨੇ ਕਿੰਨਾਂ ਨੇ ਅਸਤੀਫੇ ਦੇਤੇ, ਜਾਂ ਇਹਨਾਂ ਤੇ ਕਿੰਨਾਂ ਦੇ ਪਰਚਾ ਹੋ ਗਿਆ? ਗੱਲ ਪਤਾ ਕੀ ਹੈ, ਗੱਲ ਨੂੰ ਇਸ ਚੀਜ਼ਾਂ ਨੂੰ ਤੁਸੀਂ ਵਧਾ ਕੇ ਨਾ, ਮੈਂ ਮੀਡੀਆ ਰਾਹੀਂ ਵੀ ਕਹਿਣਾ, ਸਾਡੇ ਗੁਰੂ ਸਾਹਿਬ ਸਮਰੱਥ ਨੇ। ਅਸੀਂ ਹਮੇਸ਼ਾ ਗੁਰੂ ਦੇ ਜਾ ਕੇ ਮੱਥਾ ਟੇਕ ਕੇ, ਤੁਸੀਂ ਵੀ ਕਹਿੰਦੇ ਹੋ, ਮੈਂ ਵੀ ਕਹਿਣਾ, ਮੈਂ ਗੁਰੂ ਸਾਹਿਬ ਦੇ ਇੱਕੋ ਗੱਲ ਕਹਿਣਾ ਕਿ ਗੁਰੂ ਤੂੰ ਸਮਰੱਥ ਹੈ, ਮੈਨੂੰ ਸਮੱਤ ਬਖਸ਼, ਮੇਰੀ ਰੱਖਿਆ ਕਰ। ਜਿਹੜੇ ਗੁਰੂ ਦੇ ਅਸੀਂ ਅਰਦਾਸ ਕਰਨਾ ਕਿ ਅਸੀਂ ਸਾਡੀ ਰੱਖਿਆ ਕਰ, ਉਹ ਗੁਰੂ ਦੀ ਰੱਖਿਆ ਮੈਂ ਕਰ ਲੂੰਗਾ ਜਾਂ ਤੁਸੀਂ ਕਰ ਲਓਗੇ? ਯਾਰ ਇਹਨੂੰ ਨਾ ਵਧਾਇਆ ਜਾ ਰਿਹਾ, ਇਹਨੂੰ ਪੋਲੀਟੀਕਲ ਇਸ਼ੂ ਬਣਾਇਆ ਜਾ ਰਿਹਾ, ਸਿਰਫ ਇਸ ਕਰਕੇ ਕਿ ਅਸੀਂ ਵੋਟਾਂ ਦੇ ਵਿੱਚ ਸਾਡੀ ਸਰਕਾਰ ਲਿਆਉਣੀ ਹੈ। ਹੋਰ ਇਹ ਤੋਂ ਇਲਾਵਾ ਕੋਈ ਮੁੱਦਾ ਨਹੀਂ। ਜਿੱਥੇ ਬੇਅਦਬੀ ਹੋਈ ਹੈ, ਕਰਾਈ ਕਿਹਨੇ? ਮੈਂ ਅੱਜ ਫਿਰ ਅਰਦਾਸ ਕਰਕੇ ਕਹਿਣਾ ਗੁਰੂ ਮਹਾਰਾਜ ਦੇ ਇੱਥੇ ਹਜ਼ੂਰੀ 'ਚ ਕਹਿਣਾ ਕਿ ਜਿਹਨੇ ਇਹ ਕੀਤੀ ਹੈ ਤੇ ਜਿਹਨੇ ਕਰਾਈ ਹੈ, ਤੇ ਜਿਹੜਾ ਤੇ ਸਿਆਸਤ ਕਰਦਾ ਉਹਦਾ ਕੱਖ ਨਾ ਰਹੇ। ਤੇ ਹੁਣ ਲਾਸਟ ਸਵਾਲ ਹੈ ਜੀ, ਜਿਹੜੇ ਜਿੰਨੇ ਵੀ ਉਮੀਦਵਾਰ ਹੈ ਉਹ ਦੇਖ ਪਰਖ ਕੇ ਅਕਾਲੀ ਦਲ ਨੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜੀ? ਓਬਵੀਅਸ ਦੇਖੋ, ਹਰ ਬੰਦਾ, ਜਿਹੜੀ ਪਾਰਟੀ ਹੈ, ਪਾਰਟੀ ਬਹੁਤ ਸਮੁੰਦਰ ਹੈ। ਪਾਰਟੀ ਦੇ ਪ੍ਰਧਾਨ, ਪਾਰਟੀ ਦੀ ਕੋਰ ਕਮੇਟੀ ਬਹੁਤ ਸਮਰੱਥ ਹੁੰਦੀ ਹੈ, ਪੁਰਾਣੇ ਲੀਡਰ ਨੇ, ਤੇ ਜਿਨ੍ਹਾਂ ਨੇ ਇਹ ਕੀਤਾ ਤਾਂ ਅਨਡਾਊਟਡਲੀ ਸੋਚ ਕੇ ਹੀ ਦਿੰਦੇ ਨੇ। ਤੇ ਮੈਂ ਇੱਕ ਚੀਜ਼ ਮੈਂ ਪਹਿਲਾਂ ਕਹੀ ਹੈ ਸ਼ੁਰੂ ਕਰਨ ਲੱਗੇ, ਕਿ ਮਿਹਨਤ ਮੇਰੀ ਹੈ ਤੇ ਰਹਿਮਤ ਉਹਦੀ ਹੈ। ਤੇ ਜਿਹੜਾ ਸਾਰਾ ਸਿਸਟਮ ਹੈ, ਜਿਹੜਾ ਕੁਝ ਬਣਾਉਣਾ ਹੈ ਮੈਨੂੰ, ਜਾਂ ਮੈਨੂੰ ਕੁਝ ਲੈ ਕੇ ਜਾਣਾ, ਜਾਂ ਮੈਨੂੰ ਸਿਆਸਤ ਦੀ ਵਿਧਾਨ ਸਭਾ ਦੀ ਪੌੜੀ ਚੜਾਉਣੀ ਹੈ, ਤਾਂ ਸੰਗਤ ਦਾ ਮੈਂਡੇਟ ਹੈ। ਠੀਕ ਹੈ, ਮੇਰਾ ਤਾਂ ਇੱਕ ਚੀਜ਼ ਹੈ ਕਿ ਜਵਾਨਾਂ ਦਾ ਜੋਸ਼ ਹੈ, ਬਜ਼ੁਰਗਾਂ ਦਾ ਹੋਸ਼ ਹੈ, ਤੇ ਮੇਰੀ ਸੋਚ ਹੈ। ਤਿੰਨੇ ਮਿਲਾ ਕੇ ਕੰਮ ਕਰਾਂਗੇ, ਅੱਗੇ ਉਹ ਵਾਹਿਗੁਰੂ ਦੇ ਹੱਥ। ਗੁਰਮੀਤ ਰਾਮ ਰਹੀਮ ਨੂੰ ਕਿਵੇਂ ਵੇਖਦੇ ਹੋ ਜੀ? ਨਹੀਂ, ਉਹ ਮੇਰਾ ਤਾਂ ਕੋਈ ਤਰ੍ਹਾਂ ਕੰਸਰਨ ਨਹੀਂ ਜੀ। ਕਿਉਂਕਿ ਤੁਹਾਡੀ ਪਾਰਟੀ ਦੇ ਹੀ ਜਿਹੜੇ ਹੈਗੇ ਨੇ ਹਰਦੇਵ ਮੇਘ ਜੀ, ਉਹ ਕਹਿੰਦੇ ਉਹ ਇੱਕ ਸੰਤ ਹੈ, ਸਾਡੀ ਸਰਕਾਰ ਆਊਗੀ, ਅਸੀਂ ਸਾਰੇ ਜਿਹੜੇ ਹੈਗੇ ਆ ਰੱਦ ਕਰਾਂਗੇ, ਜਿੰਨੇ ਵੀ ਹੋਏ ਸੀ, ਕੋਈ ਉਹਨਾਂ ਨੇ ਬੇਅਦਬੀ ਨਹੀਂ ਕੀਤੀ। ਵੀਰ ਮੇਰਾ ਫਿਰ ਉੱਥੇ ਆਉਂਦੀ ਹੈ, ਪਾਰਟੀ ਆਪਣੀ ਹੈ ਨਾ ਜੀ, ਪੰਥਕ ਪਾਰਟੀ ਹੈ ਨਾ। ਮੈਂ ਕਹਿਣਾ ਜਗਦੀਪ ਵੀਰ, ਮੇਰਾ ਕੋਈ ਕੰਸਰਨ ਨਹੀਂ ਹੈ, ਬਟ ਇੱਥੇ ਮੈਂ ਇੱਕ ਸਵਾਲ ਹੋਰ ਪੁੱਛੂੰਗਾ, ਤੁਹਾਡੇ ਤੋਂ ਪੁੱਛਦਾ ਕਿ ਪਿੰਡਾਂ ਦੇ ਵਿੱਚ, ਹਰ ਪਿੰਡ 'ਚ, ਇਸ ਇਲਾਕੇ 'ਚ, ਸਾਡੇ ਏਰੀਆ 'ਚ 500 700 ਘਰ, ਮਤਲਬ ਪਰਿਵਾਰ ਜਿਹੜੇ ਨੇ ਨਾ, ਉਹ ਸਰਸੇ ਵਾਲੇ ਨੇ, ਜਿਹੜੇ ਰਾਮ ਰਹੀਮ ਨੂੰ ਮੰਨਦੇ ਨੇ। ਮੈਂ ਪਹਿਲਾਂ ਕਿਹਾ, ਹਰ ਪਾਰਟੀ 'ਚ, ਹਰ ਧਰਮ 'ਚ ਮਾੜੇ ਚੰਗੇ ਲੋਕ ਨੇ। ਹੁਣ ਕੀ ਉਹ ਪਿੰਡਾਂ ਵਾਲਿਆਂ ਨੇ ਉਹਨਾਂ ਨਾਲ ਆਪਦਾ ਹੁੱਕਾ ਪਾਣੀ ਬੰਦ ਕਰਤਾ?
ਕੀ ਉਹਨਾਂ ਨੇ ਵਰਤ ਵਰਤਾਰਾ ਬੰਦ ਕਰਤਾ? ਤੁਸੀਂ ਲੀਡਰਾਂ ਨੂੰ ਸਵਾਲ ਕਰਦੇ ਹੋ, ਕਦੇ ਉਹਨਾਂ ਲੋਕਾਂ ਨੂੰ ਪੰਥਕ ਕਰਕੇ ਕਰ ਰਹੇ ਨੇ ਜੀ, ਵੀ ਆਪਾਂ ਪਾਰਟੀ ਪੰਥਕ ਕਹਿੰਦੇ ਨੇ ਅੱਛਾ ਮੇਰੀ ਐ ਸੁਣੋ, ਫਿਰ ਪੰਥ ਦੀ ਗੱਲ ਕਰਦੇ ਹੋ। ਖਡੂਰ ਸਾਹਿਬ ਬਹੁਤ ਪੰਥਕ ਹਲਕਾ ਸੀ, ਬੀਬੀ ਖਾਲੜਾ ਪੰਥ ਤੋਂ ਵੱਡਾ ਪੰਥਕ ਹੋ ਸਕਦਾ? ਫਿਰ ਉਹ ਜ਼ਮਾਨ ਜ਼ਬਤ ਕਰਾਈ ਸੀ। ਕਿੱਥੇ ਹੈ ਇਹ ਸੋਚ ਮੇਰੀ? ਮੈਂ ਵੀਰ ਮੇਰਿਆ, ਮੈਂ ਪੁੱਛਣਾ ਚਾਹੁੰਦਾ, ਸੰਗਤ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਮੈਂ ਤੁਹਾਡੇ ਮੀਡੀਆ ਜਰੀਏ ਵੀ ਬੀਬੀ ਖਾਲੜਾ ਤੋਂ ਪੰਥਕ ਤਾਂ ਨਹੀਂ ਕੋਈ ਵੱਡਾ, ਮੰਨਦੇ ਹੋ ਨਾ? ਤੁਸੀਂ ਵੀ ਮੰਨਦੇ ਹੋ ਇਸ ਗੱਲ ਨੂੰ, ਤੇ ਫਿਰ ਬੀਬੀ ਖਾਲੜਾ ਨੂੰ ਜ਼ਮਾਨ ਜ਼ਬਤ ਕਿਉਂ ਕਰਾਤੀ? ਗੱਲ ਪਤਾ ਕੀ ਹੈ, ਮੈਂ ਇੱਕ ਚੀਜ਼ ਕਹਿਣਾ, ਪੰਥਕ ਪਾਰਟੀ ਹੈ, ਸਭ ਕੁਛ ਹੈ, ਅਸੀਂ ਕਿਸੇ ਦੇ ਨਹੀਂ। ਹਾਂ ਹੁਣ ਸਾਡੇ ਇੱਥੇ ਘਰ ਨੇ, ਹੁਣ ਜਿਹੜੇ ਬਾਕੀ ਕੋਈ ਵੀ ਹੈ ਇੱਕ ਦੂਜੇ ਦੇ ਘਰਾਂ ਦੇ ਨਾਲ ਲੱਗਦੀਆਂ ਕੰਧਾਂ ਨੇ, ਉਹ ਇੱਕ ਦੂਜੇ ਦੇ ਘਰਾਂ 'ਚ ਜਾਂਦੇ ਨਹੀਂ ਸਰਸੇ ਵਾਲਿਆਂ ਦੇ। ਜੇ ਸਿੱਖ ਜਥੇਬੰਦੀਆਂ ਜਿਹੜੇ ਸਿੱਖ ਆਪਣੇ ਮੋਢੀ ਨੇ, ਕਿ ਉਹ ਉਹਨਾਂ ਨਾਲ ਵਰਤ ਵਰਤਾਰਾ ਬੰਦ ਕਰਤਾ, ਉਹਨਾਂ ਦਾ ਉਹ ਮਾੜਾ ਹੋ ਸਕਦਾ, ਪਰ ਲੋਕ ਥੋੜਾ ਮਾੜੇ ਨੇ ਯਾਰ, ਸੰਗਤ ਥੋੜਾ। ਉਹ ਤਾਂ ਉਹਨਾਂ ਨੂੰ ਕਹਿ ਰਹੇ ਨੇ, ਚਲੋ ਲੋਕ ਨਹੀਂ ਮਾੜੇ ਮੈਂ ਕਹਿੰਦਾ, ਪਰ ਉਹ ਕਹਿੰਦੇ ਜੀ ਰਾਮ ਰਹੀਮ ਇੱਕ ਸੰਤ ਹੈ, ਮੇਘ ਜੀ ਕਹਿੰਦੇ। ਮੇਰਾ ਮੈਨੂੰ ਨਾ ਮੈਂ ਉਸ ਚੀਜ਼ ਨੂੰ ਨਾ ਸੁਣਿਆ ਤੇ ਨਾ ਮੈਂ ਮੰਨਦਾ ਇਸ ਗੱਲ ਨੂੰ, ਮੈਨੂੰ ਕੁਝ ਨਹੀਂ ਹੈ। ਮੇਰਾ ਇੱਕ ਚੀਜ਼ ਹੈ ਕਿ ਮੈਂ ਇਨਸਾਨੀਅਤ ਨੂੰ ਮੰਨਦਾ, ਮੇਰਾ ਧਰਮ ਇਨਸਾਨੀਅਤ ਹੈ। ਜਿਹੜਾ ਬੰਦਾ ਪਿਆਰ ਧੰਨੇ ਜੱਟ ਨੇ ਨਾ ਪੱਥਰਾਂ 'ਚੋਂ ਰੱਬ ਲੱਭ ਲਿਆ ਸੀ, ਤੇ ਮੈਂ ਤਾਂ ਉਹ ਬੰਦਾ ਕਿ ਜਿੱਥੇ ਭਰੋਸਾ ਹੈ ਉਹ ਬੰਦੇ ਦਾ ਭਰੋਸਾ ਉੱਥੇ ਰਹੇ, ਪਰ ਉਹ ਮਾੜੀ ਨਾ ਕਰੇ, ਨਾ ਮਾੜੀ ਸਿਆਸਤ ਕਰੇ ਤੇ ਨਾ ਮਾੜੀ ਸੋਚ ਰੱਖੇ, ਤੇ ਨਾ ਮਾੜਾ ਇਸ ਸਿਆਸਤ ਧਰਮ ਦੇ ਨਾਂ 'ਤੇ ਮਾੜਾ ਖੇਡੇ। ਗੱਲ ਸਮਝੋ ਮੇਰੀ, ਮੈਂ ਇਸ ਚੀਜ਼ ਦੀ ਹਾਮੀ ਭਰਦਾ। ਤੇ ਕੌਣ ਕੀ ਕਹਿੰਦਾ ਉਹ ਆਪਦੀ ਸੋਚ ਹੈ। ਮੇਰੀ ਸੋਚ ਇਹ ਹੈ ਕਿ ਮੈਂ ਕਿਸੇ ਨਾਲ, ਮੇਰਾ ਇੱਕੋ ਇੱਕ ਹੈ ਕਿ ਮੈਂ ਸਾਫ਼ ਸੁਥਰੀ ਰਾਜਨੀਤੀ ਕਰਨਾ ਆ, ਸਿੱਧੀ ਰਾਜਨੀਤੀ ਕਰਨਾ ਆ, ਨਾ ਮੈਂ ਉਹਦੇ ਧਰਮ ਵਾੜਦਾ, ਨਾ ਮੈਂ ਕੁਛ ਹੋਰ ਹੈ। ਧਰਮ ਮੇਰਾ ਮੰਨਣਾ ਹੈ, ਗੁਰੂ ਗ੍ਰੰਥ ਸਾਹਿਬ ਦੀ ਮੰਨਦਾ ਮੈਂ। ਗੁਰੂ ਗ੍ਰੰਥ ਸਾਹਿਬ ਨੂੰ ਤਾਂ ਮੰਨਣਾ ਹੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਮੰਨਦਾ, ਉਹ 'ਚ ਲਿਖਿਆ ਉਹ 'ਤੇ ਅਮਲ ਕਰਨ ਦੀ ਕੋਸ਼ਿਸ਼ ਕਰਦਾ। ਠੀਕ ਹੈ ਨਾ, ਦੋਨਾਂ 'ਚ ਫਰਕ ਹੈ। ਤੇ ਅਗਲੀ ਜਿਹੜੀ ਹੈ, ਜੇ ਤੇ ਸੰਗਤ ਹੈ ਜੋ ਹੈ, ਸਭ ਦਾ ਹਰ ਇੱਕ ਦਾ ਆਪਦਾ ਸਤਿਕਾਰ ਹੈ। ਬਹੁਤ ਧਰਮ ਨੇ ਸਾਡੇ ਮੁਲਕ 'ਚ, ਬਹੁਤ ਧਰਮ ਨੇ। ਹਰ ਬੰਦਾ ਜਿਹੜੇ ਧਰਮ 'ਚ ਰਹਿੰਦਾ ਉਹ ਪਰਪੱਕ ਰਹੇ। ਮੈਂ ਕਦੇ ਨਹੀਂ ਕਹਿੰਦਾ ਕਿ ਬਦਲੋ, ਧਰਮ ਵੀ ਨਹੀਂ ਪਰਿਵਰਤਨ ਕਰਨਾ ਚਾਹੀਦਾ। ਧਰਮ ਬਾੜਦੇ ਨੇ ਠੀਕ ਹੈ, ਪਰ ਪੰਥ ਦੇ ਨਾਂ ਤੇ ਵੋਟਾਂ ਮੰਗੀਆਂ ਜਾਂਦੀਆਂ ਜੀ। ਅਸੀਂ ਕਿਤੇ ਮੰਗੀਆਂ ਨੇ ਜੀ? ਅਸੀਂ ਪੰਥ ਦੇ ਨਾਂ ਤੇ, ਮੈਂ ਤਾਂ ਇੱਕ ਗੱਲ ਕਹਿਣਾ ਕਿ ਸਾਡੀ ਜ਼ਿੰਮੇਵਾਰੀ ਹੈ ਪੰਥ ਨੂੰ ਸੰਭਾਲਣਾ। ਅਸੀਂ ਕਿਉਂਕਿ ਪੰਥਕ ਪਾਰਟੀ ਹੈ, ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਦਾ ਹਿੱਸਾ ਹੈ। ਗੱਲ ਸਮਝੋ, ਅਸੀਂ ਇਕੱਠੇ ਹਾਂ, ਸਾਡੀ ਜ਼ਿੰਮੇਵਾਰੀ ਇੱਕ ਗੁਰੂ ਸਾਹਿਬ ਨੇ ਲਾਈ ਹੈ, ਜਾਂ ਸਾਡੇ ਪੁਰਾਣੇ ਬਜ਼ੁਰਗਾਂ ਨੇ, ਜਾਂ ਪੁਰਾਣੇ ਜਥੇਦਾਰਾਂ ਨੇ, ਜਾਂ ਸਮਾਜ ਦੀ ਜਿਹੜੀ ਸੇਧ ਦੇਣ ਵਾਲੇ ਨੇ ਉਹਨਾਂ ਨੇ ਲਾਈ ਹੈ, ਤੇ ਅਸੀਂ ਉਹ ਸੰਭਾਲ ਕਰ ਰਹੇ ਹਾਂ। ਅਸੀਂ ਵੋਟਾਂ ਜਿਹੜੀਆਂ ਨੇ, ਇੱਕ ਵੋਟ ਇਹ ਨਹੀਂ ਕਿ ਹਾਂ ਜੀ ਤੁਸੀਂ ਧਰਮ ਨੂੰ ਵੋਟਾਂ ਪਾ ਰਹੇ ਹੋ। ਅਸੀਂ ਕਹਿ ਰਹੇ ਕਿ ਅਸੀਂ ਉਹਦੀ ਜ਼ਿੰਮੇਵਾਰੀ ਲਈ ਹੈ, ਅਸੀਂ ਉਹਦੀ ਸੇਵਾ ਕਰ ਰਹੇ ਹਾਂ। ਉਹ ਸੇਵਾ ਮਿਲੀ ਹੈ ਸਾਨੂੰ, ਸਾਡੀ ਪਾਰਟੀ ਨੂੰ ਸੇਵਾ ਮਿਲੀ ਹੈ, ਗੁਰੂ ਸਾਹਿਬਾਨਾਂ ਦੀ, ਗੁਰਦੁਆਰਾ ਸਾਹਿਬ ਜਿਹੜੇ ਐਸਜੀਪੀਸੀ 'ਚੋਂ ਨਿਕਲ ਕੇ ਅਸੀਂ ਆਏ ਹਾਂ। ਤਾਂ ਗੱਲ ਇਹ ਹੈ ਕਿ ਉਹ ਹੈ ਸਾਡਾ ਕੰਸਰਨ। ਸਾਡਾ ਕੋਈ ਕੰਸਰਨ ਇਹ ਨਹੀਂ ਕਿ ਇਕੱਲਾ ਅਸੀਂ ਧਰਮ ਦੇ ਨਾਲ। ਇਸ ਜਦੋਂ ਮੁੱਖ ਮੰਤਰੀ ਬਣਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਬਣੇ, ਇੱਕੋ ਸੋਚ ਸੀ, ਸ਼ਾਂਤੀ, ਤਰੱਕੀ ਤੇ ਭਾਈਚਾਰਕ ਸਾਂਝ। ਉਹੀ ਮੈਂ ਲੈ ਕੇ ਚੱਲਦਾ ਏਜੰਡਾ। ਤੇ ਦੂਜੀ ਗੱਲ ਹੈ, ਹਰ ਧਰਮ ਦਾ ਜਦੋਂ ਮੁੱਖ ਮੰਤਰੀ ਬਣ ਗਿਆ, ਉਹ ਹਰ ਧਰਮ ਦਾ ਮੁੱਖ ਮੰਤਰੀ ਹੈ, ਕਿਸੇ ਇੱਕ ਧਰਮ ਦਾ ਮੁੱਖ ਮੰਤਰੀ ਨਹੀਂ ਹੈ, ਸਾਰੇ ਪੰਜਾਬ ਦਾ ਮੁੱਖ ਮੰਤਰੀ ਹੁੰਦਾ। ਸੋ ਇਹ ਵੱਖਰੀ ਗੱਲ ਹੈ, ਉਹਨੂੰ ਬਣਾਈ ਜਾਂਦੇ ਨੇ, ਅੱਗੇ ਵਧਾਈ ਜਾਂਦੇ ਨੇ, ਉਹ ਅਗਲੇ ਦੀ ਸੋਚ ਹੈ। ਪਰ ਮੈਂ ਕਹਿਣਾ ਕਿ ਸਿੱਧੀ ਸਪਸ਼ਟ ਰਾਜਨੀਤੀ, ਸਾਫ਼ ਸੁਥਰੀ ਰਾਜਨੀਤੀ, ਜੋ ਸੰਗਤ ਫੈਸਲਾ ਕਰੂਗੀ ਉਹਦੇ ਤੇ ਪਹਿਰਾ ਦੇਵਾਂਗਾ। ਕਿਹੜੇ ਮੁੱਦਿਆਂ ਦੇ ਉੱਤੇ ਸੰਗਰੂਰ ਦੇ ਵਿੱਚ ਚੋਣ ਲੜਨ ਜਾ ਰਹੇ ਹੋ? ਜੇ ਜਿੱਤਦੇ ਹੋ ਤਾਂ ਕਿਹੜੇ ਪਹਿਲੇ ਕਾਰਜ ਹੋਣਗੇ ਜਿਹੜੇ ਹੋਣ ਵਾਲੇ? ਬਹੁਤ ਵੱਡਾ ਸਵਾਲ ਹੈ ਇਹ। ਮੈਂ ਬੜੇ ਵੱਡੇ ਬੋਰਡ ਦੇਖੇ ਇੱਥੇ ਆਇਆ, ਵਿਜੇ ਹੈ, ਵਿਕਾਸ ਹੈ, ਸਿੰਗਲਾ ਸਾਹਿਬ ਦੀ ਗੱਲ। 3-4 ਮੁੱਦੇ ਜਿਹੜੇ ਬੁਨਿਆਦੀ ਸਹੂਲਤਾਂ, ਆਜ਼ਾਦੀ ਦੇ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਵੀ, ਆਹ 5 ਸਾਲ ਕਾਂਗਰਸ ਦੀ ਸਰਕਾਰ ਜੀ 'ਚ ਕਿਹਾ ਜਾਂਦਾ ਕਿ ਵਿਕਾਸ ਦੀ ਨੇਰੀ ਲਿਆਤੀ ਅਸੀਂ, ਹਲੇ ਤੱਕ ਸਾਡੇ ਪਿੰਡਾਂ ਦੀ ਤਾਂ ਛੱਡੋ, ਸ਼ਹਿਰਾਂ 'ਚ ਵੀ ਪੀਣ ਵਾਲਾ ਪਾਣੀ ਨਹੀਂ ਹੈਗਾ, ਵਾਟਰ ਸਪਲਾਈ ਨਹੀਂ ਹੈਗੀ ਇੱਥੇ। ਆ ਤੁਸੀਂ ਗੇੜਾ ਕੱਢ ਕੇ ਦੇਖੋ ਸੰਗਰੂਰ ਦੇ ਆਲੇ ਦੁਆਲੇ ਕਲੋਨੀਆਂ 'ਚ ਵਾਟਰ ਸਪਲਾਈ ਨਹੀਂ, ਸੀਵਰੇਜ ਨਹੀਂ, ਲਾਈਟਾਂ ਨਹੀਂ, ਗਲੀਆਂ ਨਹੀਂ ਬਣੀਆਂ। ਨਾਲ ਕਲੋਨੀ, ਮੇਨ ਕਲੋਨੀ ਆ ਸ਼ਿਵਮ ਕਲੋਨੀ, ਇਹਦੀਆਂ ਗਲੀਆਂ ਜਾ ਕੇ ਦੇਖੋ, 3-5 ਨੰਬਰ ਹਾਲੇ ਤੱਕ ਗਲੀ ਨਹੀਂ ਬਣੀ, ਮੇਨ ਗਲੀਆਂ ਨੇ। ਠੀਕ ਹੈ, ਬੁਨਿਆਦੀ ਸਹੂਲਤਾਂ 'ਚ ਸਾਡਾ ਹਸਪੀਟਲ ਬਿਮਾਰ ਪਿਆ, ਜਿਹਨੇ ਬਿਮਾਰਾਂ ਨੂੰ ਠੀਕ ਕਰਨਾ, ਉਹਦੇ ਕੰਮ ਕਰਨਾ, ਉਹਨੂੰ ਆਧੁਨਿਕ ਸਹੂਲਤ ਦੇ ਕੇ ਉਹਨੂੰ ਚੰਗਾ ਬਣਾਉਣਾ। ਜਿਹੜਾ ਸੰਗਰੂਰ ਦਾ ਰਣਬੀਰ ਕਾਲਜ ਹੈ, ਮੈਂ ਉੱਥੇ +1 +2 ਪੜ੍ਹਿਆ 30 ਸਾਲ ਪਹਿਲਾਂ, 89-90 'ਚ ਪੜ੍ਹਦਾ ਸੀ। ਉਹ ਕਾਲਜ ਜਿਹੜਾ ਅੱਜ ਵੀ ਉਹਦੀਆਂ ਕੰਧਾਂ ਉਹੋ ਜਿਹੀਆਂ ਨੇ, ਅੱਜ ਵੀ ਉਹਦੀਆਂ ਜਿਹੜੀਆਂ ਨੇ ਲੈਬੋਰਟਰੀਜ਼ ਉਹੋ ਜਿਹੀਆਂ ਨੇ, ਅੱਜ ਵੀ ਸਾਰਾ ਕੁਝ ਉਹਦਾ ਉਹੋ ਜਿਹਾ। ਸੋ ਉਹਦੇ ਕਰਕੇ ਉਹਨਾਂ ਨੂੰ ਵਧਾਉਣ ਦੀ ਲੋੜ ਹੈ। ਇੱਕ ਚੰਗੀ ਇੰਡਸਟਰੀ, ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਰੁਜ਼ਗਾਰ ਦੇਣਾ, ਇਹ ਉਹਨਾਂ ਦੀ ਮੇਰੀ ਪ੍ਰਾਇਓਰਟੀ ਰਹੂਗੀ। ਇਸ ਇਲਾਕੇ ਨੂੰ ਇੱਕ ਵਧੀਆ ਇੰਡਸਟਰੀ, ਇਸ ਇਲਾਕੇ ਨੂੰ ਵਧੀਆ ਕੰਮ ਦੇਣਾ, ਤੇ ਉਹਨਾਂ ਲਈ ਇੱਕ ਟ੍ਰੇਡਿੰਗ ਹੱਬ ਬਣਾਉਣੀ, ਇਹ ਮੇਰਾ ਪ੍ਰਾਇਓਰਟੀ ਰਹੂਗਾ। ਬਹੁਤ ਸ਼ੁਕਰੀਆ, ਸ਼ੁਭਕਾਮਨਾਵਾਂ ਭਾਜੀ। ਸੋ ਇਹ ਸੀ ਵਿਨਰਜੀਤ ਗੋਲਡ ਜੀ, ਜਿਨ੍ਹਾਂ ਨੇ ਕਿਹਾ ਵੀ ਸੰਗਰੂਰ ਨੂੰ ਇੱਕ ਉਹਦੀ ਰੂਪਰੇਖਾ ਜਿਹੜੀ ਹੈਗੀ ਆ ਉਹ ਬਦਲੀ ਜਾਊਗੀ। ਪਰ ਹੁਣ ਵੇਖਣਾ ਹੋਊਗਾ ਵੀ ਜਦੋਂ ਲੋਕ ਵੋਟ ਕਰਨ ਤੋਂ ਬਾਅਦ ਜਦੋਂ ਨਤੀਜੇ ਆਉਂਦੇ ਨੇ ਤਾਂ ਸੰਗਰੂਰ ਹਲਕੇ ਤੋਂ ਬਾਜ਼ੀ ਕੌਣ ਮਾਰਦਾ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਸੰਗਰੂਰ।